ਸੋ ਹਰ ਜਨ ਪਿਆਰੇ। ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ। ਜਨ ਕੀ ਪੈਜ ਰੱਖੀ ਕਰਤਾਰੇ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ। ਅੰਮ੍ਰਿਤ ਨਾਮ ਮਹਾਰਸ ਪੀਨੇ। ਨਿਰਭਉ ਹੋਏ ਭਜੋ ਭਗਵਾਨ। ਸਾਧ ਸੰਗਤ ਮਿਲ ਕੀਨੋ ਦਾਨ। ਸਰਨ ਪਰੇ ਪ੍ਰਭ ਅੰਤਰ ਜਾਮੀ। ਨਾਨਕ ਓਟ ਪਕਰੀ ਪ੍ਰਭ ਸੁਆਮੀ। ਸਰਨ ਪਰੇ ਪ੍ਰਭ ਅੰਤਰ ਜਾਮੀ। ਨਾਨਕ ਓਟ ਪਕਰੀ ਪ੍ਰਭ ਸੁਆਮੀ। ਦੇਨਹਾਰ ਪ੍ਰਭ ਛੋੜ ਲਗੈ ਆਨ ਸੁਆਰ। ਨਾਨਕ ਕਹੂ ਨ ਸਿਜੈ ਬਿਨ ਨਾਵੈ ਪਤ ਜਾਇ। ਸੁਖਉ ਟਲ ਗੁਰ ਸੇਵਿਐ ਅਹਨਸ ਸਹਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਸਾੜ ਤੁਪੰਦਾ ਤਿਸ ਲਗੈ ਹਰ ਨਾਹੋ ਨਜਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਦੁਇ ਭਾਏ ਵੇ ਗੁਚੀਐ ਗਲ ਪਈ ਸੋ ਜਮ ਕੀ ਫਾਸ। ਜਿਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ। ਰੈਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ। ਜਿਨ ਕੋ ਸਾਧੂ ਭੇਟਿਆ ਸੋ ਦਰਗਾਹ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ। ਅਸਾੜ ਸੁਹੰਦਾ ਤਿਸ ਲਗਾ ਜਿਸ ਮਨ ਹਰ ਚਰਨ ਨਿਵਾਸ। ਅਸਾੜ ਸੁਹੰਦਾ ਤਿਸ ਲਗਾ ਜਿਸ ਮਨ ਹਰ ਚਰਨ ਨਿਵਾਸ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਜਿਸ ਸੰਗਤ ਵਿੱਚ ਅਸੀਂ ਆ ਕੇ ਬੈਠੇ ਹਾਂ, ਇਹ ਸੰਗਤ ਕਰਨ ਦੇ ਨਾਲ ਮਨੁੱਖਾ ਜਨਮ ਸਫਲਾ ਹੁੰਦਾ ਹੈ। ਪਰ ਜੇ ਅਸੀਂ ਇਹ ਸੰਗਤ ਵਿੱਚ ਆ ਕੇ ਨਾ ਬੈਠੀਏ ਤੇ ਭਾਈ ਗੁਰਦਾਸ ਜੀ ਕਹਿਣ ਲੱਗੇ, ਬੰਦਿਆ ਫਿਰ ਤੇਰੇ ਨਾਲੋਂ ਪਸ਼ੂ ਚੰਗਾ ਹੈ। ਬੜੀ ਸੋਹਣੀ ਉਦਾਹਰਨ ਦਿੱਤੀ ਹੈ। ਕਹਿਣ ਲੱਗੇ, ਦੁੱਧ ਦੇ ਖੜ ਖਾਏ। ਪਸ਼ੂ ਜਿਹੜਾ ਨਾ ਸੁੱਕੇ ਤੀਲੇ ਖਾ ਕੇ, ਕੱਖ ਖਾ ਕੇ ਤੇ ਅੰਮ੍ਰਿਤ ਵਰਗਾ ਦੁੱਧ ਦਿੰਦਾ ਹੈ। ਦੁੱਧ ਦੇ ਖੜ ਖਾਏ, ਖੜ ਸੁੱਕੇ ਕੱਖ ਵਗੈਰਾ ਖਾਂਦਾ, ਦੁੱਧ ਦਿੰਦਾ, ਨਾ ਆਪ ਗਨਾਇਆ। ਫਿਰ ਪਸ਼ੂ ਕਦੇ ਜਨਾਉਂਦਾ ਨਹੀਂ ਹੈ। ਅਸੀਂ ਦੁਨੀਆਦਾਰੀ ਵਿੱਚ ਕੋਈ ਕੰਮ ਕਰ ਦਈਏ ਨਾ, ਕਿਸੇ ਦੀ ਮਦਦ ਕਰ ਦਈਏ ਤੇ 50 ਬੰਦਿਆਂ ਨੂੰ ਦੱਸੀਦਾ ਵੀ ਇਹ ਫਲਾਣੇ ਸਮੇਂ ਤੇ ਮੈਂ ਕੀਤਾ ਸੀ। ਜਨਾਈ ਦਾ ਆਪਣਾ ਆਪ, ਪਰ ਪਸ਼ੂ ਵੇਖੋ ਦੁੱਧ ਦੇ ਕੇ ਜਨਾਉਂਦਾ ਨਹੀਂ ਕਦੇ। ਇਹ ਪਸ਼ੂ ਵਿੱਚ ਗੁਣ ਹੈ, ਦੁੱਧ ਵੀ ਦਿੰਦਾ, ਸੁੱਕੇ ਤੀਲੇ ਖਾਂਦਾ, ਫਿਰ ਜਨਾਉਂਦਾ ਨਹੀਂ। 3 ਗੁਣ ਨੇ। ਅੱਗੇ ਬਚਨ ਕਰਦੇ ਕਹਿਣ ਲੱਗੇ, ਦੁੱਧ ਹੋ ਦਹੀਂ ਜਮਾਏ। ਫਿਰ ਦੁੱਧ ਦਾ ਦਹੀਂ ਬਣਿਆ। ਦੁੱਧ ਨੂੰ ਜਮਾ ਲਿਆ, ਜਾਗ ਲਾਈ ਹੈ, ਦਹੀਂ ਵੀ ਖਾਣ ਦੇ ਕੰਮ ਵਿੱਚ ਆ ਗਿਆ। ਘਿਓ ਨਿਪਜਾਇਆ, ਫਿਰ ਉਹਦੇ ਤੋਂ ਅੱਗੇ ਘਿਓ ਵੀ ਬਣ ਗਿਆ। ਮੱਖਣ ਨਿਕਲ ਆਉਂਦਾ ਹੈ, ਮਲਾਈ ਨਿਕਲ ਆਉਂਦੀ ਹੈ, ਫਿਰ ਉਹਦੇ ਤੋਂ ਅੱਗੇ ਮਾਈਆਂ ਬੀਬੀਆਂ ਘਿਓ ਬਣਾ ਲੈਂਦੀਆਂ। ਪਰ ਇਹ ਘਿਓ ਕਿੱਥੋਂ ਬਣਿਆ? ਜਿਹਦਾ ਅਸੀਂ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਹਾਂ। ਹਿੰਦੂ ਭਰਾ ਜਿਹੜੇ ਨੇ ਹਵਨ ਦੇ ਵਿੱਚ ਪਾਉਂਦੇ ਨੇ, ਜੱਗ ਵਗੈਰਾ ਕਰਦੇ, ਘਿਓ ਬਣਿਆ ਕਿੱਥੋਂ ਹੈ? ਦੁੱਧ ਤੋਂ ਬਣਿਆ। ਤੇ ਦੁੱਧ ਕਿੱਥੋਂ ਆਇਆ? ਪਸ਼ੂ ਤੋਂ। ਪਰ ਪਸ਼ੂ ਨੇ ਦੁੱਧ ਕਿਵੇਂ ਦਿੱਤਾ? ਸੁੱਕੇ ਕੱਖ ਖਾ ਕੇ, ਪਰ ਜਨਾਇਆ ਨਹੀਂ ਕਦੇ ਵੀ ਵੇਖੋ ਮੈਂ ਐਡਾ ਵੱਡਾ ਕੰਮ ਕੀਤਾ। ਇੱਥੇ ਹੀ ਬਸ ਨਹੀਂ, ਗੋਹਾ ਮੂਤ ਲਿੰਬਾਏ। ਪਸ਼ੂਆਂ ਦਾ ਪਿਸ਼ਾਬ ਵੀ ਕੰਮ ਆਉਂਦਾ, ਦਵਾਈਆਂ ਵਿੱਚ ਪੈਂਦਾ। ਪਸ਼ੂਆਂ ਦਾ ਗੋਹਾ ਵੀ ਕੰਮ ਆਉਂਦਾ। ਲੋਕੀ ਲਿੰਬ ਦੇ ਚੌਂਕਾ ਦੇ ਕੇ ਚੌਂਕਾ ਕੱਢੀ ਕਾਰ। ਮਹਾਰਾਜ ਦਾ ਬਚਨ ਵੀ ਹੈ ਨਾ, ਗਊ ਦੇ ਗੋਬਰ ਨੂੰ ਲੋਕ ਸੁੱਚਾ ਚੰਗਾ ਜਾਣ ਕੇ। ਚਲੋ ਵੱਖਰੀ ਗੱਲ ਹੈ, ਘਰ ਪੱਥਰ ਦੇ ਪੱਕੇ ਇੱਟ ਵਾਲੇ ਬਣ ਗਏ। ਪਹਿਲਾਂ ਘਰ ਕੱਚੇ, ਲੋਕ ਗੋਬਰ ਦਾ ਪੋਚਾ ਵਗੈਰਾ ਦਿੰਦੇ। ਕਹਿਣ ਲੱਗੇ ਪਸ਼ੂਆਂ ਦਾ ਤੇ ਗੋਬਰ ਵੀ ਕੰਮ ਆ ਗਿਆ ਹੈ। ਪੂਜ ਕਰਾਇਆ, ਪੂਜਾ ਵਾਲੀ ਥਾਂ ਤੇ ਗਾਂ ਦੇ ਗੋਬਰ ਦਾ ਪੋਚਾ, ਪਸ਼ੂ ਦੇ ਗੋਬਰ ਦਾ ਪੋਚਾ ਲਾਇਆ ਜਾਂਦਾ। ਛੱਤੀ ਹੀ ਅੰਮ੍ਰਿਤ ਖਾਏ। ਇੱਧਰੋਂ ਬੰਦਾ, ਹੁਣ ਬੰਦੇ ਦੀ ਹਾਲਤ ਦੱਸਦੇ। ਕਹਿਣ ਲੱਗੇ ਬੰਦਾ 36 ਤਰ੍ਹਾਂ ਦੇ ਭੋਜਨ ਖਾਂਦਾ ਹੈ। ਕਦੇ ਸਲੂਣੇ, ਕਦੇ ਮਿੱਠੇ, ਕਦੇ ਖੱਟੇ, ਕਦੇ ਕਿਸ ਤਰ੍ਹਾਂ ਦੇ। ਕਦੇ ਪੀਣ ਵਾਲੇ ਪਦਾਰਥਾਂ ਦਾ ਸਵਾਦ ਲੈਂਦਾ, ਕਦੇ ਖਾਣ ਵਾਲਿਆਂ ਦਾ ਲੈਂਦਾ। 36 ਅੰਮ੍ਰਿਤ ਖਾਏ, 36 ਪ੍ਰਕਾਰ ਦੇ ਭੋਜਨ ਖਾਂਦਾ ਸਵਾਦ ਲੈ ਲੈ ਕੇ। ਕੁਚੀਲ ਕਰਾਇਆ। ਤੇ ਬੰਦਾ ਕੀ ਕਰਦਾ? ਖਾਣ ਤੋਂ ਬਾਅਦ ਵਿੱਚ ਇੰਨੇ ਸੋਹਣੇ ਪਦਾਰਥਾਂ ਦੀ ਵਿਸ਼ਟਾ ਬਣਾ ਦਿੰਦਾ, ਗੰਦਗੀ ਬਣਾ ਦਿੰਦਾ ਹੈ। ਗੁਰਬਾਣੀ ਦਾ ਬਚਨ ਹੈ, ਅੰਨ ਦੇਵਤਾ, ਪਾਣੀ ਦੇਵਤਾ, ਲੂਣ ਬੈਸੰਤਰ ਦੇਵਤਾ, ਪੰਜਵਾਂ ਪਾਇਆ ਕਿਰਤ, ਤਾਂ ਹੋਆ ਪਾਕ ਪਵਿੱਤ, ਪਾਪੀ ਸੋ ਤਨ ਗੱਡਿਆ, ਥੁੱਕਾਂ ਪਈਆਂ। ਕਿਤੇ ਲੋਕ ਪਾਣੀ ਨੂੰ ਮੱਥਾ ਟੇਕਦੇ, ਸਤਿਕਾਰ ਕਰਦੇ। ਕੋਈ ਲੋਕ ਅੰਨ ਦਾ ਸਤਿਕਾਰ ਕਰਦੇ, ਕੋਈ ਲੋਕ ਘਿਓ ਦਾ ਸਤਿਕਾਰ ਕਰਦੇ। ਪਰ ਇਹ ਸਾਰੀਆਂ ਚੀਜ਼ਾਂ ਦਾ ਪਦਾਰਥ ਬਣ ਕੇ ਜਦੋਂ ਬੰਦੇ ਦੇ ਅੰਦਰ ਜਾਂਦਾ ਹੈ, ਵਿਸ਼ਟਾ ਤੇ ਗੰਦਗੀ ਬਣ ਕੇ ਸਰੀਰ ਵਿੱਚੋਂ ਮਲ ਮੂਤਰ ਬਣ ਕੇ ਬਾਹਰ ਨਿਕਲਦਾ ਹੈ। ਜਿਹੜੇ ਅੰਨ ਨੂੰ ਕੱਲ੍ਹ ਸਲਾਮਾਂ ਹੁੰਦੀਆਂ ਸਨ, ਅੱਜ ਉਸੇ ਅੰਨ ਨੂੰ ਲੋਕੀ ਵੇਖ ਕੇ ਥੁੱਕ ਸੁੱਟਦੇ ਪਏ। ਬੰਦੇ ਨੇ ਪਵਿੱਤਰ ਅੰਨ ਵੀ ਗੰਦਾ ਕਰ ਦਿੱਤਾ, ਥੁੱਕਾਂ ਸੁੱਟਣ ਦੇ ਯੋਗ ਬਣਾ ਦਿੱਤਾ। ਸਤਿਗੁਰੂ ਕਹਿਣ ਲੱਗੇ 36 ਹੀ ਅੰਮ੍ਰਿਤ ਖਾਏ। 36 ਤਰ੍ਹਾਂ ਦੇ ਭੋਜਨ ਖਾ ਕੇ ਤੇ ਕੁਚੀਲ ਕਰਾਇਆ, ਉਹਨੂੰ ਗੰਦਾ ਕਰ ਦਿੱਤਾ। ਮਹਾਰਾਜ ਫਿਰ ਕੀ ਕਰਨਾ ਚਾਹੀਦਾ? ਸਤਿਗੁਰੂ ਕਹਿਣ ਲੱਗੇ ਸਾਧ ਸੰਗਤ ਚੱਲ ਜਾਏ। ਬੰਦਿਆ ਜੇ ਪਸ਼ੂ ਨਾਲੋਂ ਚੰਗਾ ਬਣਨਾ ਚਾਹਣਾ ਨਾ, ਤੇ ਗੁਰੂ ਦੀ ਸੰਗਤ ਵਿੱਚ ਚੱਲ ਕੇ ਜਾਇਆ ਕਰ। ਜਿੱਥੇ ਆਪਾਂ ਆ ਕੇ ਬੈਠੇ ਹਾਂ, ਇਹ ਸੰਗਤ ਵਿੱਚ ਚੱਲ ਕੇ ਜਾਇਆ ਕਰ। ਤੇ ਸੰਗਤ ਵਿੱਚ ਚੱਲ ਕੇ ਜਾ ਕੇ ਕੀ ਕਰੀਏ? ਬਹੁਤਾ ਤੇ ਗੁਰਮੁਖੋ ਸੰਗਤ ਵਿੱਚ ਸਾਡੇ ਫੋਨ ਹੀ ਵੱਜਦੇ ਰਹਿੰਦੇ।
ਜਾਂ ਅਸੀਂ ਇੱਧਰ ਉੱਧਰ ਗੱਲਾਂ ਕਰਦੇ ਰਹਿੰਦੇ। ਸੰਗਤ ਵਿੱਚ ਜਾ ਕੇ ਕੀ ਕਰੀਏ? ਮਹਾਰਾਜ ਕਹਿਣ ਲੱਗੇ ਸਤਿਗੁਰ ਧਿਆਇਆ। ਸੰਗਤ ਵਿੱਚ ਜਾ ਕੇ ਗੁਰੂ ਨੂੰ ਯਾਦ ਕਰ, ਬਾਣੀ ਪੜ੍ਹ, ਬਾਣੀ ਸੁਣ। ਇਹ ਸੰਗਤ ਵਿੱਚ ਜਾ ਕੇ ਕਰਮ ਕਰਨਾ ਹੈ। ਗੁਰੂ ਨੂੰ ਚੇਤੇ ਕਰ ਜੇ ਸੰਗਤ ਵਿੱਚ ਆ ਗਿਆ। ਸਫਲ ਜਨਮ ਜਗ ਆਏ, ਤੇਰਾ ਦੁਨੀਆ ਤੇ ਆਇਆ ਜਨਮ ਸਫਲਾ ਹੋ ਜਾਏਗਾ ਜੇ ਸੰਗਤ ਵਿੱਚ ਆਇਆ। ਮੇਰੇ ਮਾਧੋ ਜੀ ਸਤ ਸੰਗਤ ਮਿਲੈ। ਇਹ ਸੰਗਤ ਐਸੀ ਹੈ ਜਿਵੇਂ ਕੋਈ ਬੰਦਾ ਜਹਾਜ਼ ਵਿੱਚ ਬੈਠ ਜਾਵੇ ਤੇ ਜਹਾਜ਼ ਇੱਕ ਪੱਤਨ ਤੋਂ ਦੂਜੇ ਪੱਤਨ ਲਾ ਦਿੰਦਾ ਹੈ, ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਪਹੁੰਚਾ ਦਿੰਦਾ ਹੈ। ਇਹ ਗੁਰੂ ਦੀ ਸੰਗਤ ਗੁਰੂ ਦਾ ਜਹਾਜ਼ ਹੈ ਜਿਹੜੀ ਇਸ ਲੋਕ ਤੋਂ ਤੈਨੂੰ ਪਰਲੋਕ ਦੇ ਰਸਤੇ ਦੇ ਉੱਪਰ ਲੈ ਜਾਏਗੀ, ਤੈਨੂੰ ਮੁਕਤ ਕਰ ਦੇਵੇ। ਸਫਲ ਜਨਮ ਜਗ ਆਏ, ਦੁਨੀਆ ਤੇ ਆਇਆ ਤੇਰਾ ਜਨਮ ਸਫਲਾ ਹੋ ਜਾਏਗਾ। ਸੁਖ ਫਲ ਪਾਇਆ। ਸੁਖ ਫਲ ਕੀ ਹੈ? ਕੇਵਲ ਮੋਕਸ਼ ਪ੍ਰਾਪਤ ਹੋਵੇਗੀ। ਇਹ ਸੰਗਤ ਵਿੱਚ ਆਉਣ ਦਾ ਲਾਭ ਹੈ। ਪਰ ਆਪਾਂ ਸੰਗਤ ਵਿੱਚ ਆਉਂਦੇ ਹਾਂ, ਕੋਈ ਮੱਸਿਆ ਦਾ ਦਿਨ ਹੋਵੇ, ਕੋਈ ਸੰਗਰਾਂਦ ਦਾ ਹੋਵੇ, ਕੋਈ ਗੁਰਪੁਰਬ ਹੋਵੇ, ਫਿਰ ਜਾਈਦਾ ਵੀ ਚਲੋ ਅੱਜ ਜਾ ਆਈਏ। ਪਰ ਮਹਾਰਾਜ ਜੀ ਦਾ ਬਚਨ ਹੈ ਵੀ ਸੰਗਤ ਗੁਰੂ ਦੀ ਰੋਜ਼ ਕਰਿਆ ਕਰ। ਨਿੰਦਿਆ ਚੁਗਲੀ ਨੇ ਦੇਣਾ ਕੱਖ ਨਹੀਂ ਹੈ। ਪਰ ਗੁਰੂ ਦੀ ਸੰਗਤ ਵਿੱਚ ਬੈਠ ਕੇ ਨਾ ਜਪਿਆ ਹੋਇਆ ਨਾਮ ਜਿਹੜਾ ਹੈ ਨਾ, ਉਹ ਤੇਰਾ ਭਲਾ ਕਰੇਗਾ। ਐਸੀ ਇਹ ਨਾਮ ਦੀ ਮਹਿਮਾ ਹੈ। ਸੋ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ। ਅੱਜ ਹਾੜ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸਾਨੂੰ ਪ੍ਰਾਪਤ ਹੋ ਰਿਹਾ ਹੈ। ਇਸ ਮਹੀਨੇ ਵਿੱਚ ਕੀ ਕਰਨਾ ਚਾਹੀਦਾ ਹੈ ਉਹ ਮਹਾਰਾਜ ਸਾਨੂੰ ਦੱਸਣ ਲੱਗੇ ਨੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਸਾੜ ਤਪੰਦਾ ਤਿਸ ਲਗਾ, ਹਰ ਨਾ ਹੋ ਨਾ ਜਿਨਾ ਪਾਸ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਅਸਾੜ ਤੋਂ ਭਾਵ ਹਾੜ ਦਾ ਮਹੀਨਾ ਜਿਹੜਾ ਸਾਨੂੰ ਅੱਜ ਪ੍ਰਾਪਤ ਹੋਇਆ ਹੈ, ਇਹਦੇ ਬਾਬਤ ਮਹਾਰਾਜ ਜੀ ਉਪਦੇਸ਼ ਦਿੰਦੇ ਪਏ। ਇੱਕ ਵਾਰੀ ਸਿੱਖ ਸੰਗਤਾਂ ਨੇ ਬਾਬਾ ਬੁੱਢਾ ਜੀਆਂ ਦੇ ਸਮੇਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ। ਕਹਿਣ ਲੱਗੇ ਸਤਿਗੁਰੂ ਕਿਰਪਾ ਕਰੋ, ਜਿੱਥੇ ਆਪ ਜੀ ਨੇ ਦਿਨਾਂ ਦਾ ਉਪਦੇਸ਼ ਬਖਸ਼ਿਆ ਹੈ, ਜਿੱਥੇ ਪਹਿਰਾਂ ਦਾ ਉਪਦੇਸ਼ ਬਖਸ਼ਿਆ ਹੈ, ਜਿੱਥੇ ਆਪ ਜੀ ਨੇ ਘੜੀਆਂ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਪਾਤਸ਼ਾਹ ਉੱਥੇ ਆਪ ਕਿਰਪਾ ਕਰਕੇ ਸਾਨੂੰ ਮਹੀਨੇ ਦਾ ਵੀ ਫਲਾ ਉਪਦੇਸ਼ ਬਖਸ਼ਿਸ਼ ਕਰੋ। ਜਦੋਂ ਇਹ ਬੇਨਤੀ ਸੰਗਤਾਂ ਨੇ ਕੀਤੀ ਹੈ, ਗਰੀਬ ਨਵਾਜ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਮਹਾਰਾਜ ਸਾਹਿਬ ਜੀ ਉਸ ਵੇਲੇ ਨਿਵਾਸ ਰੱਖਦੇ ਸਨ। ਅੰਮ੍ਰਿਤ ਸਰੋਵਰ ਜਿਸ ਵਿੱਚ ਆਪਾਂ ਇਸ਼ਨਾਨ ਕਰਦੇ ਹਾਂ, ਸ੍ਰੀ ਹਰਿਮੰਦਰ ਸਾਹਿਬ ਜਾ ਕੇ ਉਹਦੇ ਕਿਨਾਰੇ 'ਤੇ ਇੱਕ ਪਾਸੇ ਜੋ ਸਥਾਨ ਬਣਿਆ ਹੈ ਗੁਰਦੁਆਰਾ ਮੰਜੀ ਸਾਹਿਬ, ਜਿੱਥੋਂ ਆਪਾਂ ਸਵੇਰ ਵੇਲੇ ਅੰਮ੍ਰਿਤ ਵੇਲੇ ਗੁਰਬਾਣੀ ਦੀ ਕਥਾ ਦਰਬਾਰ ਸਾਹਿਬ ਤੋਂ ਸਰਵਣ ਕਰਦੇ ਹਾਂ। ਇਹ ਉਹ ਸਥਾਨ ਹੈ ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਬੈਠ ਕੇ ਇਸ 12 ਮਾਹ ਬਾਣੀ ਦੇ ਪਾਠ ਨੂੰ ਮਹਾਰਾਜ ਨੇ ਉਚਾਰਿਆ ਹੈ। ਉਹ ਮੰਜੀ ਸਾਹਿਬ ਉਹ ਸੁੰਦਰ ਸਥਾਨ ਮਹਾਰਾਜ ਜੀ ਦਾ ਬਣਿਆ ਹੈ ਜਿੱਥੇ ਪਾਤਸ਼ਾਹ ਜੀ ਬਿਰਾਜੇ ਸਨ ਬਾਣੀ ਉਚਾਰਨ ਵੇਲੇ। ਐਸੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੰਮ੍ਰਿਤਸਰ ਦੀ ਧਰਤੀ 'ਤੇ ਮੰਜੀ ਸਾਹਿਬ ਦੇ ਸਥਾਨ 'ਤੇ ਬੈਠ ਕੇ ਇਸ ਬਾਣੀ ਨੂੰ 12 ਮਾਹਾਂ ਨੂੰ ਮਹਾਰਾਜ ਫਰਮਾਉਂਦੇ ਹਨ। ਅਸਾੜ ਤਪੰਦਾ ਤਿਸ ਲਗਾ। ਪਾਤਸ਼ਾਹ ਕਹਿਣ ਲੱਗੇ ਅਸਾੜ ਇਹ ਜੋ ਹਾੜ ਦਾ ਮਹੀਨਾ ਹੈ ਉਹਨਾਂ ਲੋਕਾਂ ਨੂੰ ਤਪਦਾ ਲੱਗਦਾ ਹੈ, ਦੁੱਖ ਦੇਣਾ ਲੱਗਦਾ ਹੈ। ਹਰ ਨਾ ਹੋ ਨਾ ਜਿਨਾ ਪਾਸ। ਜਿਨ੍ਹਾਂ ਦੇ ਕੋਲ ਨਾ ਹੋ ਕਹੀਏ ਜੋ ਪਤੀ ਪਰਮਾਤਮਾ ਨਹੀਂ ਹੈ, ਜਿਨ੍ਹਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ, ਉਹਨਾਂ ਨੂੰ ਇਹ ਮਹੀਨਾ ਤਪਦਾ ਹੈ, ਤਪਾਉਂਦਾ ਹੈ। ਇੱਕ ਸੰਸਾਰੀ ਉਦਾਹਰਨ ਦਿੰਦੇ ਵਿਦਵਾਨ ਸਮਝਾਉਣ ਵੇਲੇ, ਇੱਕ ਪਾਸੇ ਤੇ ਮਹੀਨੇ ਦੀ ਤਪਸ਼ ਹੈ, ਗਰਮੀ ਹੈ, ਦੂਸਰੇ ਪਾਸੇ ਕੋਈ ਸੁਹਾਗਣ ਇਸਤਰੀ ਹੈ, ਉਹਦਾ ਪਤੀ ਵਿਦੇਸ਼ ਚਲਾ ਜਾਵੇ ਤੇ ਉਹਦੇ ਵਿਛੋੜੇ ਦਾ ਉਸ ਨੂੰ ਦੁੱਖ ਰਹਿੰਦਾ ਹੈ, ਉਹਦਾ ਵਿਛੋੜਾ ਉਸ ਨੂੰ ਤਪਾਉਂਦਾ ਹੈ। ਮਹਾਰਾਜ ਕਹਿਣ ਲੱਗੇ ਐਸੇ ਤਰ੍ਹਾਂ ਭਾਈ ਇਹ ਜਿਹੜਾ ਮਹੀਨਾ ਹੈ, ਇਹ ਭਾਈ ਜਿਨ੍ਹਾਂ ਦੇ ਕੋਲ ਨਾਮ ਦੀ ਸੀਤਲਤਾ ਹੀ ਨਹੀਂ ਹੈ ਨਾ, ਨਾਮ ਨਹੀਂ ਹੈ ਜਿਨ੍ਹਾਂ ਦੇ ਕੋਲ,
ਇਹ ਮਹੀਨਾ ਉਹਨਾਂ ਨੂੰ ਵੀ ਇਸੇ ਤਰ੍ਹਾਂ ਵਿਕਾਰਾਂ ਦੀ ਅੱਗ ਦੇ ਵਿੱਚ ਪਾਉਂਦਾ ਹੈ। ਮਾਨਸ ਜਨਮ ਅਮੋਲ ਹੋਏ, ਮਾਨਸ ਜਨਮ ਅਮੋਲ ਹੈ, ਹੋਏ ਅਮੋਲ ਸਾਧ ਸੰਗ ਪਾਏ। ਭਾਈ ਗੁਰਦਾਸ ਜੀ ਕਹਿਣ ਲੱਗੇ ਮਨੁੱਖਾ ਜਨਮ ਬੜਾ ਅਮੋਲਕ ਹੈ, ਪਰ ਗੁਰਮੁਖੋ ਜੇ ਇਸ ਨੂੰ ਹੋਰ ਅਮੋਲਕ ਬਣਾਉਣਾ ਚਾਹੁੰਦੇ ਹੋ ਨਾ, ਕੀਮਤੀ ਕਰਨਾ ਚਾਹੁੰਦੇ ਹੋ, ਤੇ ਫਿਰ ਸਾਧ ਸੰਗਤ ਵਿੱਚ ਜਾ ਕੇ ਬੈਠਣ ਦੇ ਨਾਲ ਹੋਰ ਕੀਮਤੀ ਹੋ ਜਾਂਦਾ ਹੈ। ਮਨੁੱਖਾ ਜਨਮ ਹੈ ਬੜਾ ਕੀਮਤੀ, ਇਹ ਕਿਤੇ ਮਿਲੇਗਾ ਨਹੀਂ। ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ। ਗੁਰਬਾਣੀ ਇਹ ਗੱਲ ਕਹਿੰਦੀ ਹੈ ਵੀ ਇਹ ਜਨਮ ਵਾਰ-ਵਾਰ ਨਹੀਂ ਮਿਲਣਾ ਹੈ। ਮਤਾ ਕਿਤੇ ਆਪਾਂ ਸੋਚੀਏ ਵੀ ਮੈਂ ਮਰ ਜਾਵਾਂਗਾ ਦੁਬਾਰਾ ਫਿਰ ਬੰਦਾ ਬਣ ਜਾਵਾਂਗਾ, ਕਿਉਂਕਿ ਕੁਝ ਧਰਮਾਂ ਦਾ ਇਹ ਕਥਨ ਹੈ ਵੀ ਬੰਦਾ ਮਰ ਕੇ ਬੰਦਾ ਬਣਦਾ ਹੈ, ਔਰਤ ਮਰ ਕੇ ਔਰਤ ਬਣਦੀ ਹੈ, ਪਸ਼ੂ ਮਰ ਕੇ ਪਸ਼ੂ ਬਣਦਾ ਹੈ। ਪਰ ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਇਹ ਗੁਰਮਤਿ ਇਸ ਨੂੰ ਨਹੀਂ ਮੰਨਦੀ ਹੈ। ਗੁਰਮਤਿ ਇਹ ਗੱਲ ਕਹਿੰਦੀ ਹੈ ਮਾਨਸ ਜਨਮ ਦੁਲੰਭ ਹੈ, ਮਨੁੱਖਾ ਜਨਮ ਹੈ ਤੇ ਬੜਾ ਦੁਰਲੱਭ, ਪਰ ਹੋਏ ਨਾ ਬਾਰੈ ਬਾਰ, ਇਹ ਵਾਰ-ਵਾਰ ਨਹੀਂ ਮਿਲਣਾ ਹੈ। ਜਿਉਂ ਬਨ ਫਲ ਪਾਕੇ ਭੋਏ ਗਿਰਹਿ ਬਹੁਰ ਨਾ ਲਾਗੈ ਡਾਰ। ਰੁੱਖ ਦੀ ਡਾਲੀ ਨੂੰ ਇੱਕ ਫਲ ਲੱਗਾ ਹੋਇਆ, ਜਦੋਂ ਫਲ ਪੱਕ ਗਿਆ ਨਾ ਆਪਣੇ ਆਪ ਹੀ ਡਿੱਗ ਕੇ ਟੁੱਟ ਕੇ ਧਰਤੀ 'ਤੇ ਡਿੱਗਿਆ। ਪਰ ਜੇ ਆਪਾਂ ਆਖੀਏ ਵੀ ਟੁੱਟਿਆ ਹੋਇਆ ਫਲ ਦੁਬਾਰਾ ਫਿਰ ਉਸ ਟਾਹਣੀ ਨੂੰ ਲਾ ਦਈਏ, ਲੱਗਣਾ ਨਹੀਂ ਹੈ। ਇਸ ਕਰਕੇ ਗੁਰਮੁਖੋ ਜੇ ਜਨਮ ਇੱਕ ਵਾਰੀ ਛੁੱਟ ਗਿਆ ਨਾ ਸਾਡੇ ਹੱਥੋਂ, ਇਸ ਪੌੜੀ 'ਤੇ ਜੋ ਨਰ ਚੂਕੈ, ਤੇ ਪਾਤਸ਼ਾਹ ਕਹਿਣ ਲੱਗੇ ਫਿਰ ਇਹ ਦੁਬਾਰਾ ਨਹੀਂ ਤੈਨੂੰ ਪ੍ਰਾਪਤ ਹੋਣਾ ਹੈ। ਮਾਨਸ ਜਨਮ ਅਮੋਲ ਹੈ। ਭਾਈ ਗੁਰਦਾਸ ਜੀ ਕਹਿੰਦੇ ਮਨੁੱਖਾ ਜਨਮ ਹੈ ਬੜਾ ਅਮੋਲਕ, ਅਮੋਲ ਹੋਏ ਸਾਧ ਸੰਗ ਪਾਏ। ਪਰ ਜੇ ਸਾਧ ਸੰਗਤ ਵਿੱਚ ਬੈਠੇਗਾ ਇਹ ਹੋਰ ਕੀਮਤੀ ਹੋ ਜਾਏਗਾ, ਕਿਉਂਕਿ ਸਫਲਾ ਹੋ ਗਿਆ ਨਾ ਸੰਗਤ ਵਿੱਚ ਬੈਠ ਕੇ, ਸਫਲੀ ਹੋਈ ਚੀਜ਼ ਹੋਰ ਕੀਮਤ ਵਾਲੀ ਹੋ ਗਈ ਹੈ। ਅੱਖੀ ਦੋਏ ਨਿਰਮੋਲਕਾ, ਇਹ ਸਤਿਗੁਰਾਂ ਨੇ ਸਾਨੂੰ ਦੋ ਅੱਖਾਂ ਦਿੱਤੀਆਂ, ਬੜੀਆਂ ਨਿਰਮੋਲ ਨੇ। ਭਾਵੇਂ ਸਾਨੂੰ ਇਹਨਾਂ ਦੀ ਕਦਰ ਨਹੀਂ ਹੈ, ਪਰ ਜਿਨ੍ਹਾਂ ਨੂੰ ਅੱਖਾਂ ਨਹੀਂ ਨਾ ਮਿਲੀਆਂ ਉਹਨਾਂ ਨੂੰ ਪੁੱਛੋ ਵੀ ਅੱਖਾਂ ਦੀ ਕਦਰ ਕੀ ਹੈ। ਪਰਮਾਤਮਾ ਨੇ ਸਾਨੂੰ ਅੱਖਾਂ ਦਿੱਤੀਆਂ, ਇਹ ਬੜੀਆਂ ਨਿਰਮੋਲਕ ਨੇ, ਦੁਰਲੱਭ ਨੇ। ਸਤਿਗੁਰ ਦਰਸ ਧਿਆਨ ਲਿਵ ਲਾਏ, ਪਰ ਜੇ ਕਿਤੇ ਇਹਨਾਂ ਅੱਖਾਂ ਦੇ ਨਾਲ ਅਸੀਂ ਗੁਰੂ ਦੇ ਦਰਸ਼ਨ ਕਰ ਲੈ ਨਾ ਆ ਕੇ ਅੰਮ੍ਰਿਤ ਵੇਲੇ, ਅੱਖਾਂ ਤੇ ਪਹਿਲਾਂ ਹੀ ਅਮੋਲਕ ਨੇ ਪਰ ਹੋਰ ਕੀਮਤੀ ਹੋ ਜਾਣਗੀਆਂ ਗੁਰੂ ਦੇ ਦਰਸ਼ਨ ਕਰਕੇ, ਕਿਉਂਕਿ ਸਫਲ ਹੋ ਜਾਣਗੀਆਂ ਇਹ ਅੱਖਾਂ ਸਾਧ ਸੰਗਤ ਵਿੱਚ ਆ ਕੇ। ਮਸਤਕ ਸੀਸ ਅਮੋਲ ਹੈ, ਮੱਥਾ ਬੜਾ ਅਮੋਲਕ ਹੈ, ਇਹ ਸਾਡਾ ਸਿਰ ਬੜਾ ਮੁੱਲ ਦਾ, ਬੜਾ ਕੀਮਤੀ ਹੈ। ਪਰ ਕਹਿਣ ਲੱਗੇ ਚਰਨ ਸਰਨ ਗੁਰ ਧੂੜ ਸੁਹਾਏ, ਪਰ ਜੇ ਇਸ ਮਸਤਕ ਨੂੰ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਲੱਗ ਜਾਵੇ, ਜੇ ਕਿਤੇ ਇਹ ਸੀਸ ਆ ਕੇ ਗੁਰੂ ਦੇ ਅੱਗੇ ਝੁਕ ਜਾਵੇ, ਨਮਸਕਾਰ ਕਰ ਦੇਵੇ, ਤੇ ਕਹਿਣ ਲੱਗੇ ਸੀਸ ਨਵਾਇਆ ਗਿਰ ਪਰੈ ਸਭ ਪਾਪਣ ਕੀ ਪੋਟ। ਜਿਹੜੀ ਸਿਰ ਦੇ ਉੱਪਰ ਪਾਪਾਂ ਦੀ ਪੰਡ ਚੁੱਕੀ ਹੈ ਨਾ, ਸਵੇਰ ਤੋਂ ਲੈ ਕੇ ਪਾਪ, ਕਦੇ ਇੱਧਰ ਲੱਤ ਪਸਾ ਲਈ, ਕਦੇ ਉੱਧਰ ਝਗੜਾ ਕਰਵਾ ਲਿਆ, ਕਦੇ ਇੱਧਰੋਂ ਮਾੜਾ ਕੰਮ ਕਰਵਾ ਦਿੱਤਾ, ਨਿੰਦਿਆ ਚੁਗਲੀ ਕਰ ਕਰਕੇ ਪਾਪਾਂ ਦੀ ਪੰਡ ਸਿਰ 'ਤੇ ਚੁੱਕੀ ਹੋਈ ਹੈ। ਜਦੋਂ ਗੁਰੂ ਨੂੰ ਆ ਕੇ ਮੱਥਾ ਟੇਕਦਾ ਉਹ ਪਾਪਾਂ ਦੀ ਪੰਡ ਇੱਥੇ ਡਿੱਗ ਪੈਂਦੀ ਆ ਕੇ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਹੇ, ਕੁੰਨੈ ਹੇਠ ਜਲਾਈਐ ਬਾਲਨ ਸੰਧੈ ਥਾਏ। ਜਿਹੜਾ ਸੀਸ ਗੁਰੂ ਅੱਗੇ ਨਹੀਂ ਝੁਕਿਆ, ਨਮਸਕਾਰ ਨਹੀਂ ਕਰਦਾ ਹੈ, ਪਾਤਸ਼ਾਹ ਕਹਿਣ ਲੱਗੇ ਉਹ ਸੀਸ ਦਾ ਕੀ ਕਰਨਾ ਭਾਈ, ਉਹ ਤੇ ਬਾਲਣ ਦੀ ਥਾਂ ਤੇ ਭਾਵੇਂ ਬਾਲ ਦਿੱਤਾ ਜਾਵੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਬੇਨਤੀ ਕਰਦੇ, ਮਹਾਰਾਜ ਬਵੇਕੀਆਂ ਦੇ ਦਰਸ਼ਨ ਕਰਵਾਓ। ਤੇ ਸਤਿਗੁਰੂ ਜਦੋਂ ਬਵੇਕੀਆਂ ਦੇ ਦਰਸ਼ਨ ਕਰਵਾਉਣ ਵਾਸਤੇ ਚੱਲੇ ਤੇ ਰਸਤੇ ਵਿੱਚ ਕੀ ਵਿਖਾਉਂਦੇ ਪਏ, ਕੁਝ ਲੋਕ ਉਹ ਨੇ ਜਿਨ੍ਹਾਂ ਦੀਆਂ ਧੌਣਾਂ ਦੇ ਵਿੱਚ ਕਿੱਲੇ ਲੱਗੇ ਹੋਏ, ਕਿੱਲੇ ਗੱਡੇ ਹੋਏ ਧੌਣਾਂ ਦੇ ਵਿੱਚ। ਬੜੇ ਹੈਰਾਨ ਹੋ ਕੇ ਪੁੱਛਿਆ ਮਹਾਰਾਜ ਇਹ ਕੀ ਕਾਰਨ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਭਾਈ ਲਹਿਣਾ ਸਾਹਿਬ ਜੀ, ਇਹ ਉਹ ਲੋਕ ਸਨ ਜਿਨ੍ਹਾਂ ਨੇ ਕਦੇ ਗੁਰੂ ਨੂੰ ਵੇਖ ਕੇ ਆਪਣਾ ਸਿਰ ਤੱਕ ਨਹੀਂ ਝੁਕਾਇਆ ਹੈ, ਆਪਣੀ ਧੌਣ ਅਕੜਾ ਕੇ ਰੱਖੀ ਹੈ। ਕੌਣ ਗੁਰੂ ਅਸੀਂ ਨਹੀਂ ਜਾਣਦੇ, ਉਹਨਾਂ ਦੀਆਂ ਆਕੜੀਆਂ ਧੌਣਾਂ ਵਿੱਚ ਪ੍ਰਮਾਤਮਾ ਨੇ ਕਿੱਲੇ ਠੁਕਵਾ ਦਿੱਤੇ ਕਿ ਇਸੇ ਸਜ਼ਾ ਦੇ ਇਹ ਯੋਗ ਹਨ। ਮਹਾਰਾਜ ਕਹਿਣ ਲੱਗੇ ਭਾਈ ਇਹ ਸੀਸ ਬੜਾ ਅਮੋਲਕ ਹੈ, ਇਹ ਮਸਤਕ ਬੜਾ ਅਮੋਲਕ ਹੈ, ਪਰ ਜੇ ਇਹਨੂੰ ਚਰਣਾ ਧੂੜੀ ਸੰਗਤ ਦੀ ਲੱਗ ਜਾਵੇ, ਜੇ ਕਿਤੇ ਇਹ ਸੀਸ ਗੁਰੂ ਅੱਗੇ ਆ ਕੇ ਝੁਕ ਜਾਵੇ, ਇਹ ਹੋਰ ਅਮੋਲਕ ਹੋ ਜਾਂਦਾ ਹੈ, ਹੋਰ ਸ਼ੋਭਨੀਕ ਹੋ ਜਾਂਦਾ ਹੈ। ਜਿਹਵਾ ਸ਼ਰਵਣ ਅਮੋਲਕ, ਜ਼ੁਬਾਨ ਬੜੀ ਅਮੋਲਕ ਹੈ। ਗੂੰਗਿਆਂ ਨੂੰ ਪੁੱਛੋ, ਆਪਣੀ ਕੋਈ ਗੱਲ ਕਹਿਣੀ ਹੋਵੇ ਦੱਸ ਹੀ ਨਹੀਂ ਸਕਦੇ ਆਪਣੇ ਦੁੱਖ ਸੁੱਖ ਨੂੰ। ਇਸੇ ਤਰ੍ਹਾਂ ਜਿਨ੍ਹਾਂ ਦੇ ਕੰਨ ਨਹੀਂ ਬੋਲੇ ਨੇ ਉਹਨਾਂ ਨੂੰ ਪੁੱਛੋ ਵੀ ਜੇ ਕੋਈ ਗੱਲ ਸੁਣਨੀ ਚਾਹੁੰਦੇ ਹੋ ਕਿਵੇਂ ਸੁਣ ਸਕਦੇ।
परमात्मा ने सानू जुबान भी दी, कान भी दे दिते सुनने वास्ते, बोलन वास्ते। है बड़े अमोलक शब्द सुरत सुन समझ सुनाए, पर जेस असी इन्हां दे नाल गुरु दा शब्द कन्नां विच सुन लईए साडे कंन सफले हो जाणगे। जे इस जुबान दे नाल असी किते बैठिया कह दिता ना वाहिगुरु वाहिगुरु, ये जुबान भी सफली हो जाएगी, होर मुल वाली बन जाती है। चरण हस्त चरण निर्मोलका, हथ बड़े अमोलक ने। जिहड़े टुंडे लोग ने हथ वड्डे होए जिन्हां दे, उन्हां नूं खाना पीना बड़ा औखा होया पिया, शरीर की किरिया करनी बड़ी औखी है। जिन्हां दे पैर वड्डे होए लूले ने, तुर नहीं सकते, उन्हां नूं पुछ के वेखीए पैरां दी की कीमत है। पर गुरु क्या सिक्का है, हथ ते पैर है बड़े अमोलक, बड़े कीमती मुल नहीं किते मिलते हैं। पर कह लगे गुरमुख मार्ग सेव कराए, जेड़े पैरां नाल चल के गुरु दे राह ते तुरे, भी चलो भाई संगत में चलीए, जाके मत्था टेकीए, चल के आए ना गुरु वाले पासे, उन्हां दे पैर सफले। इस करके चरण सरन गुर एक पैंडा जाए चल, सतगुर कोट पैंडा आगे होए लेत है। कई बारी संगत में कुछ ऐसे गुरमुख भी आ जाते, वो कहिंदे गुरुद्वारा साहब के गेट के सामने ही गड्डी लाउणी है, सानू तुरना ना पवे, तुरांगे तो शरीर का जोर लग जाएगा, शरीर की कसरत हो जाएगी, सानू ये चाहिदा ही नहीं है। सेवादार कई बारी बेनती कर भी देंदे भी गड्डी वहीकल भाई थोड़ा पासे ला के थोड़ा चल के आ जा गुरु घर, तो फिर वो सेवादार नाल भी झगड़ा करते भी नहीं असी तो इत्थे ही इनू लावांगे, तो इस तरह ही अंदर जाना, जिद करन लग पैंदे। इत्थे गुरु का बचन मनन, गुरु का बचन सुनने वास्ते आए हैं, गुरु के हुक्म दे विच रहना ये सीखण वास्ते आए। पर असी तो गुरु के घर आउंदे ही पहला ही मत्था ला के बैठ गए भी नहीं आ काम नहीं असी करांगे। सतगुरु कहन लगे तेरे पैर बड़े अमोलक ने, पर जे इन्हां पैरां दे नाल किते चल के जावे ना संगत दे विच, ये पैर तेरे होर कीमती हो जाणगे। एक एक पैर एक एक कदम जिहड़ा है संगत में चल के जान करके कई कई जग्गां दा फल मिल जाता है। पातशाह कहन लगे तेरे हथ बड़े अमोलक ने गुरु क्या सिखा, पर जे इन्हां हत्थां नाल किते तूं बर्तन मांजन लग पवे, झाड़ू देन लग पवे, ये हाथ होर सफले होर कीमती हो जाते। गुरमुख हृदा अमोल है, अंदर गुर गुर गुरोपदेश वसाए। गुरु के सिख दा हिरदा बड़ा अमोलक है, पर जे इस हिरदे विच गुरु दा शब्द वस जावे होर मुल वाला बन जाता है। पत परवाने तोल तुलाए। भाई गुरदास जी कहन लगे उन्हां दी पत प्रवान हुंदी है, उन्हां दी इज्जत प्रवान हुंदी, परलोक दे विच ऐसियां बख्शिशां प्राप्त हुंदियां। पर पातशाह कहन लगे ये भाई शरीर उन्हां दा सफला होया है जिन्हां नूं परमात्मा दा भाणा मिठा लगा, हुक्म चंगा लगा है। दूजे पासे मनमुख लोक ने हर ना हो ना जिन्हां पास, जिन्हां नूं रब कदे नेड़े होया ही नहीं, क्योंकि करमी आपो अपनी के नेड़े के दूर। रब है सारे थावां ते है परमात्मा। मनमुखां दे कर्म ही इन्ने माड़े भी वो रब तो दूर हो गए, गुरमुखां दे कर्म इन्ने चंगे उन्हां ने कीते। सेवा सिमरन भै भावनी रख के उन्हां दे रब नेड़े है, मनमुखां नूं रब दूर है। हर ना हो ना जिन्हां पास, जिन्हां दे कोल पति परमात्मा नहीं है, जिहड़े रब तो दूर हन। पातशाह कहन लगे ये उन्हां दी हालत ऐसी बन गई है कि असाड़ तपंदा तिस लगै। ये हाड़ दा महीना उन्हां नूं तपाउंदा है, होर दुख दिंदा है। फिर फरमाउंदे हन असाड़ तपंदा तिस लगै। असाड़ तो भाव है गुरमुखो ये महीना मान लो कि आसा दा हड़ ही आ गया है। ये आसा दा हड़ है ये महीना। बंदा आस करदा है ना, अज मैं आ करांगा, कल मैं आ करांगा, परसों मैं आ करांगा। एक मिठू राम नाम का व्यक्ति है ना, सिर उपर आंडियां दी टोकरी चुक के लई जांदा, आसा रखी हुई है। कहन लगा आंडे महंगे विक जाणगे, फिर मैं मुर्गियां रख लवांगा, मुर्गियां नूं थोड़ा जिहा महंगा वेच के फिर मैं बकरी लै आवांगा, बकरी का दुध चो के उहदे बच्चे पठेरे लेले वेचिया करांगा। हौली हौली फिर मैं गावां लै आवांगा, फिर गावां तो अगे जाके मैं होर कमाई करके मझां लै आवांगा, मझां दा दुध चो के फिर मैं वड्डा आदमी बन जावांगा, चंगा मेरा घर बार होवेगा, जमीन जायदाद भी बना लवांगा। फिर लोग हुण मैनूं मिठू राम कहिंदे, फिर मैनूं मिठू शाह जी कहा करनगे, फिर मेरा विआह हो जाएगा। विआह तो बाद विच फिर मेरे घर विच बच्चे हो जाणगे। जदों बच्चे कोई झगड़ा करिया करनगे तो मैं उन्हां नूं ठुड्डा मार के डरावा करांगा। इस तरह आंडियां दी टोकरी सिर ते चुकी है,
ਚੁੱਕੀ ਹੋਈ ਟੋਕਰੀ ਦੇ ਨਾਲ ਸਭ ਕੁਝ, ਮੁਰਗੀ ਵੀ ਲੈ ਆਂਦੀ, ਬੱਕਰੀ ਵੀ ਲੈ ਆਂਦੀ, ਮੱਝ ਵੀ ਲੈ ਆਂਦੀ, ਘਰ ਵੀ ਬਣ ਗਿਆ, ਵਿਆਹ ਵੀ ਬਣਾ ਲਿਆ। ਆਸਾ ਅੱਗੇ ਤੋਂ ਅੱਗੇ ਚਲੇਗੀ। ਜਦੋਂ ਬੱਚੇ ਝਗੜਿਆ ਕਰਨਗੇ ਮੈਂ ਠੁੱਡ ਮਾਰਾਂਗਾ, ਸੱਚੀ ਮੁੱਚੀ ਠੁੱਡ ਮਾਰ ਬਿਠਾ ਤੇ ਡਿੱਗ ਪਿਆ। ਉਹ ਆਂਡਿਆਂ ਦੀ ਟੋਕਰੀ ਵੀ ਸਿਰ ਤੋਂ ਡਿੱਗ ਪਈ, ਟੁੱਟ ਗਈ। ਵਿਚਾਰੇ ਦੀਆਂ ਬੱਕਰੀਆਂ ਬੱਕਰੇ ਸਭ ਕੁਝ ਵਿੱਚੇ ਹੀ ਰਹਿ ਗਏ। ਮੱਝਾਂ ਗਾਵਾਂ, ਹਵੇਲੀ, ਉਹ ਵਿਆਹ, ਬੱਚੇ ਸਭ ਕੁਝ ਵਿੱਚੇ ਰਹਿ ਗਏ। ਸਾਰੀਆਂ ਆਸਾਂ 'ਤੇ ਪਾਣੀ ਫਿਰ ਗਿਆ, ਆਸਾਂ ਹੀ ਖਤਮ ਹੋ ਗਈਆਂ। ਮਹਾਰਾਜ ਕਹਿਣ ਲੱਗੇ ਬੰਦਾ ਵੀ ਕੁਝ ਉਹੋ ਜਿਹਾ ਮਿੱਠੂ ਰਾਮ ਵਰਗਾ ਹੀ ਹੈ। ਸੋਚਦਾ ਅੱਜ ਇਹ ਕਰਾਂਗਾ, ਕੱਲ੍ਹ ਇਹ ਕਰਾਂਗਾ, ਅਗਲੇ ਹਫ਼ਤੇ, ਅਗਲੇ ਮਹੀਨੇ ਇਹ ਕਰਾਂਗਾ, ਅਗਲੇ ਸਾਲ ਫਿਰ ਮੈਂ ਇਸ ਤਰ੍ਹਾਂ ਕਰਾਂਗਾ। ਇਹ ਬੰਦਾ ਹਰ ਵੇਲੇ ਆਸਾ ਹੀ ਲਾ ਛੱਡਦਾ ਹੈ। ਪਾਤਸ਼ਾਹ ਕਹਿਣ ਲੱਗੇ ਅਸਾੜ ਤੋਂ ਭਾਵ ਇਹ ਹੈ ਕਿ ਇਹ ਮਹੀਨਾ ਆਸਾ ਦਾ ਬੱਧਾ ਹੋਇਆ ਹੈ। ਮਨੁੱਖ ਆਸਾ ਦਾ ਹੜ ਤੁਰਿਆ ਹੀ ਆਉਂਦਾ ਹੈ। ਇੱਕ ਦਾਤ ਮੰਗਦਾ ਨਾ ਗੁਰੂ ਕੋਲੋਂ ਆ ਕੇ, ਮਹਾਰਾਜ ਆਹ ਦਾਤ ਦੇ ਦਿਓ, ਮੇਰੀ ਆਸ ਹੈ ਵੀ ਆਹ ਪੂਰੀ ਹੋ ਜਾਵੇ। ਜਦੋਂ ਦਾਤ ਮਿਲ ਗਈ ਹੈ, ਦੂਜੇ ਦਿਨ ਫਿਰ ਇੱਕ ਹੋਰ ਵਸਤੂ ਮਨ ਵਿੱਚ ਸੋਚ ਕੇ ਆ ਜਾਂਦਾ ਵੀ ਹੁਣ ਆਹ ਵੀ ਗੱਲ ਬਾਣੀ ਜਾਵੇ ਤੇ ਤਾਂ ਹੈ। ਤੀਜੇ ਦਿਨ ਹੋਰ ਆਸਾ ਰੱਖ ਕੇ ਆਉਂਦਾ ਹੈ। ਇਹ ਮਨੁੱਖ ਆਸਾ ਦਾ ਬੱਧਾ ਹੋਇਆ, ਵਾਰ-ਵਾਰ ਆਉਂਦਾ ਹੈ, ਵਾਰ-ਵਾਰ ਜਾਂਦਾ ਹੈ। ਪਾਤਸ਼ਾਹ ਕਹਿਣ ਲੱਗੇ ਆਸਾੜ ਤਪੰਦਾ ਤਿਸ ਲੱਗੈ। ਇਹ ਹਾੜ ਦਾ ਮਹੀਨਾ, ਇਹ ਆਸਾੜ ਕਹੀਏ, ਆਸਾ ਦਾ ਹੜ ਇਹਦੇ ਵਿੱਚ ਆਇਆ ਹੋਇਆ। ਜਿਹੜੇ ਆਸਾ ਵਿੱਚ ਲੱਗੇ ਹੋਏ ਉਹ ਹਮੇਸ਼ਾ ਤਪਦੇ ਹੀ ਰਹਿੰਦੇ, ਦੁਖੀ ਰਹਿੰਦੇ। ਹਾਏ ਅੱਜ ਆਹ ਨਹੀਂ ਬਣਿਆ, ਕੱਲ੍ਹ ਉਹ ਨਹੀਂ ਸੀ ਬਣਿਆ, ਇੱਧਰੋਂ ਕੁਝ ਨਹੀਂ ਮਿਲਿਆ, ਉੱਧਰ ਕੁਝ ਨਹੀਂ ਗਿਆ। ਇਸ ਤਰ੍ਹਾਂ ਹਰ ਵੇਲੇ ਤਪਦੇ ਰਹਿੰਦੇ ਹਨ। ਕਿਉਂਕਿ ਹਰੀਹਰ ਪਰਮੇਸ਼ਰ ਦਾ ਨਾਮ ਉਹਨਾਂ ਦੇ ਕੋਲ ਨਹੀਂ ਹੈ। ਨਾਮ ਦੇ ਨਾਲ ਸੰਤੋਖ ਆਉਣਾ ਹੈ। ਸੁਣਿਆ ਸਤ ਸੰਤੋਖ ਗਿਆਨ। ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਬਚਨ ਅੰਮ੍ਰਿਤ ਵੇਲੇ ਆਪ ਪੜ੍ਹ ਕੇ ਆਏ ਹੋ। ਮਹਾਰਾਜ ਕਹਿਣ ਲੱਗੇ ਭਾਈ ਇਹ ਸਤ ਅਤੇ ਸੰਤੋਖ ਦੇ ਨਾਲ ਇਹ ਤੈਨੂੰ ਦਾਤ ਪ੍ਰਾਪਤ ਹੋਣੀ ਸੀ। ਨਾਮ ਜਪ ਕੇ, ਨਾਮ ਜਪਦਾ ਸੰਤੋਖ ਆ ਜਾਂਦਾ। ਇਹ ਆਸਾ, ਇਹ ਤ੍ਰਿਸ਼ਨਾ, ਇਹ ਸਾਰੀਆਂ ਖਤਮ ਹੋ ਜਾਂਦੀਆਂ। ਪਰ ਤੂੰ ਅੰਮ੍ਰਿਤ ਵੇਲੇ ਉੱਠ ਕੇ ਕਦੇ ਜਪਜੀ ਸਾਹਿਬ ਪੜ੍ਹਿਆ ਹੀ ਨਹੀਂ, ਅੰਮ੍ਰਿਤ ਵੇਲੇ ਉੱਠ ਕੇ ਕਦੇ ਗੁਰੂ ਦੇ ਘਰ ਆਇਆ ਹੀ ਨਹੀਂ। ਬਿਸਤਰੇ ਤੋਂ ਉੱਠਦਾ ਨਾਲ ਹੀ ਉੱਠਦਿਆਂ ਨਾਲ ਮੋਬਾਈਲ ਫੜ ਲੈਂਦਾ ਅਤੇ ਫਿਰ ਉਹਦੇ ਸੋਸ਼ਲ ਮੀਡੀਆ ਵਿੱਚ ਇਹੋ ਜਿਹਾ ਵਿਅਸਤ ਹੋ ਜਾਂਦਾ ਵੀ ਪਤਾ ਹੀ ਨਹੀਂ ਲੱਗਦਾ ਵੀ 1 ਘੰਟਾ ਹੋ ਗਿਆ ਮੈਨੂੰ ਇਹਦੇ ਵਿੱਚ ਲੱਗਿਆ ਹੋਇਆ। ਅਤੇ ਜੇ ਉਹੀ ਸਮਾਂ ਸੰਭਾਲ ਕੇ ਕਿਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕੀਤਾ ਹੁੰਦਾ ਅਤੇ ਜਨਮ ਸਫਲਾ, ਜੀਵਨ ਸਫਲਾ ਹੋ ਜਾਂਦਾ। ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਰੱਬ ਨੂੰ ਛੱਡ ਕੇ ਬੈਠਾ ਹੈ। ਜਗ ਜੀਵਨ ਪੁਰਖ ਤਿਆਗ। ਜਗਤ ਨੂੰ ਜੀਵਨ ਦੇਣ ਵਾਲਾ ਪਰਮਾਤਮਾ, ਉਸ ਨੂੰ ਛੱਡ ਕੇ, ਰੱਬ ਨੂੰ ਆਪਾਂ ਛੱਡੀ ਬੈਠੇ ਹਾਂ। ਕਿਉਂਕਿ ਰੱਬ ਦੇ ਨਾਮ ਨੂੰ ਤੇ ਕਦੇ ਜਪਿਆ ਹੀ ਨਹੀਂ। ਜਗ ਜੀਵਨ ਪੁਰਖ, ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਨਾ ਪਰਮਾਤਮਾ, ਉਸ ਨੂੰ ਬੰਦੇ ਨੇ ਚੇਤੇ ਕਰਨਾ ਛੱਡ ਦਿੱਤਾ, ਭੁਲਾ ਦਿੱਤਾ ਹੈ। ਮਾਨਸ ਸੰਧੀ ਆਸ। ਕੇਵਲ ਬੰਦਿਆਂ ਦੇ ਉੱਪਰ ਹੀ ਆਸ ਰੱਖ ਲਈ ਹੈ। ਫਲਾਣਾ ਬੰਦਾ ਮੇਰਾ ਚਾਚਾ ਜਿਹੜਾ ਨਾ ਮੇਰਾ ਇਹ ਕੰਮ ਕਰੇਗਾ, ਫਲਾਣਾ ਮਾਮਾ ਮੇਰਾ ਇਹ ਕੰਮ ਕਰੇਗਾ, ਗੁਆਂਢੀ ਮੇਰਾ ਇਹ ਕੰਮ ਮੇਰਾ ਕਰਵਾ ਹੀ ਦੇਵੇਗਾ। ਬੰਦਿਆਂ ਦੇ ਉੱਪਰ ਆਸ ਰੱਖ ਕੇ ਬੈਠ ਗਿਆ। ਭਾਈ ਗੁਰਦਾਸ ਜੀਆਂ ਨੇ ਬੜਾ ਸੋਹਣਾ ਬਚਨ ਲਿਖਿਆ। ਕਹਿਣ ਲੱਗੇ ਸਤਿਗੁਰ ਸਾਹਿਬ ਛੱਡ ਕੇ, ਸਤਿਗੁਰੂ ਸਾਹਿਬ ਨੇ, ਮਾਲਕ ਨੇ, ਦਾਤੇ ਨੇ, ਇਹਨਾਂ ਨੂੰ ਛੱਡ ਦਿੱਤਾ ਹੈ। ਮਨਮੁਖ ਹੋਏ ਬੰਦੇ ਦਾ ਬੰਦਾ, ਮਨਮੁਖ ਬੰਦਾ ਬੰਦਿਆਂ ਅੱਗੇ ਤੁਰਿਆ ਫਿਰਦਾ, ਦੂਜਿਆਂ ਦੀਆਂ ਮਿੰਨਤਾਂ ਕਰਦਾ। ਹੁਕਮੀ ਬੰਦਾ ਹੋਏ ਕੈ, ਜਿਹਦੇ ਕੋਲੋਂ ਕੰਮ ਲੈਣਾ ਹੋਵੇ ਨਾ ਬੰਦੇ ਨੇ, ਉਹਦੇ ਵਿੱਚ ਬੰਦਾ ਬੜੇ ਹੁਕਮ ਦੇ ਵਿੱਚ ਰਹਿੰਦਾ ਹੈ ਵੀ ਇਹਦੇ ਕੋਲੋਂ ਕੰਮ ਲੈਣਾ ਕਿਤੇ ਨਾਰਾਜ਼ ਹੀ ਨਾ ਹੋ ਜਾਵੇ। ਜੇ ਉਹ ਕਵੇ ਉੱਠ ਪਾ, ਉੱਠ ਪੈਂਦਾ, ਕਹਿੰਦਾ ਬੈਠ ਜਾ, ਬੈਠ ਜਾਂਦਾ। ਹੁਕਮੀ ਬੰਦਾ ਹੋਏ ਕੈ, ਹੁਕਮੀ ਬੰਦਾ ਬਣ ਕੇ ਰਹਿੰਦਾ ਵੀ ਵੇਖੋ ਜੀ ਮੈਂ ਤਾਂ ਬੜੀ ਆਗਿਆ ਦੇ ਵਿੱਚ ਹਾਂ। ਅਤੇ ਪਾਤਸ਼ਾਹ ਕਹਿਣ ਲੱਗੇ ਨਿੱਤ ਉੱਠ ਜਾਏ ਸਲਾਮ ਕਰਨ ਦਾ। ਮਨਮੁਖ ਬੰਦੇ ਦੀ ਹਾਲਤ ਇਹ ਹੈ ਵੀ ਉਹਨੇ ਸਵੇਰੇ ਉੱਠ ਕੇ ਸਲਾਮ ਜ਼ਰੂਰ ਠੋਕਣੀ ਹੈ। ਜਿੱਥੇ ਕੋਈ ਬੈਠਾ ਉਹ ਚੱਲ ਕੇ ਉੱਥੇ ਜਾਵੇਗਾ, ਗੋਡਿਆਂ ਨੂੰ ਹੱਥ ਲਾ ਲਾ ਕੇ ਨਮਸਕਾਰਾਂ ਕਰੇਗਾ, ਵਫਾਦਾਰ ਬਣ ਕੇ ਵਿਖਾਵੇਗਾ ਵੀ ਮੈਂ ਵਫਾਦਾਰ ਹਾਂ। ਵਿਦਵਾਨਾਂ ਦਾ ਕਥਨ ਹੈ ਰੁੱਖ ਭਾਵੇਂ ਕਿੱਡਾ ਵੀ ਵੱਡਾ ਭਾਰੀ ਕਿਉਂ ਨਾ ਹੋਵੇ, ਪਰ ਜਿਹਦੀਆਂ ਜੜ੍ਹਾਂ ਪੱਟਣ ਲੱਗ ਪਈਏ ਨਾ, ਉਹ ਅੱਜ ਨਹੀਂ ਤੇ ਕੱਲ੍ਹ ਡਿੱਗ ਹੀ ਪਵੇਗਾ। ਜਿਹੜਾ ਬੰਦਾ ਗੋਡਿਆਂ ਨੂੰ ਪੈ ਗਿਆ ਨਾ ਤੁਹਾਡਿਆਂ ਨੂੰ ਆ ਕੇ, ਉਹ ਸਮਝ ਲਓ ਵੀ ਤੁਹਾਨੂੰ ਸੱਟਣ ਲੱਗਾ। ਅੱਜ ਨਹੀਂ ਤੇ ਕੱਲ੍ਹ ਤੁਹਾਨੂੰ ਹਉਮੈ ਵਿੱਚ ਸੁੱਟ ਹੀ ਦੇਵੇਗਾ। ਤੁਹਾਡੇ ਮਨ ਵਿੱਚ ਵੀ ਹੰਕਾਰ ਆ ਹੀ ਜਾਣਾ ਵੀ ਇਹ ਜਿਹੜੇ ਮੇਰਾ ਪੈਰਾਂ ਨੂੰ ਹੱਥ ਲਾਉਂਦਾ, ਇਹਦਾ ਮਤਲਬ ਇਹ ਹੋਇਆ ਵੀ ਮੈਂ ਕੁਝ ਹਾਂ ਦੁਨੀਆ 'ਤੇ ਆਇਆ ਹੋਇਆ। ਸੋ ਮਹਾਰਾਜ ਕਹਿਣ ਲੱਗੇ ਔਗਣ ਹੈ। ਸੋ ਹੁਕਮੀ ਬੰਦਾ ਹੋਏ ਕੈ ਨਿੱਤ ਉੱਠ ਜਾਏ ਸਲਾਮ ਕਰਨ ਦਾ। ਉਹਦਾ ਕੰਮ ਹੈ ਸਵੇਰੇ ਸ਼ਾਮ ਸਲਾਮ ਠੋਕਦੇ ਹੀ ਰਹਿਣਾ ਹੈ। 8 ਪੈਰ ਹੱਥ ਜੋੜ ਕੇ, ਜਦੋਂ ਤੁਹਾਨੂੰ ਮਿਲੇਗਾ ਨਾ ਇਹੋ ਜਿਹਾ ਬੰਦਾ ਮਤਲਬਲੀ, ਉਹਨੇ ਕੀ ਕਰਨਾ, ਤੁਹਾਨੂੰ ਆਉਂਦਿਆਂ ਵੇਖ ਕੇ ਪਹਿਲਾਂ ਹੀ ਹੱਥ ਜੋੜ ਲੈਣੇ। ਆਓ ਜੀ, ਸਤਿ ਸ੍ਰੀ ਅਕਾਲ ਹੈ ਜੀ, ਨਮਸਕਾਰ ਹੈ ਜੀ, ਜੀ ਆਇਆਂ ਨੂੰ, ਇੱਥੇ ਬੈਠੋ ਜੀ, ਉੱਥੇ ਬੈਠੋ।
ਇਸ ਤਰ੍ਹਾਂ ਹਰ ਵੇਲੇ ਹੱਥ ਜੋੜ ਕੇ ਤੁਹਾਡੀ ਆਗਿਆ ਦੇ ਵਿੱਚ ਉਸਨੇ ਰਹਿਣਾ ਹੈ। ਹੋਏ ਹਜ਼ੂਰੀ ਖੜਾ ਰਹੰਦਾ, ਤੇ ਜੇ ਤੁਸੀਂ ਕੁਰਸੀ ਤੇ ਬੈਠ ਗਏ ਨਾ ਆ ਕੇ, ਤਾਂ ਉਹਨੇ ਤੁਹਾਡੇ ਸਾਹਮਣੇ ਆਖਣਾ ਜੀ ਮੈਂ ਕਿਵੇਂ ਬੈਠ ਸਕਦਾ, ਤੁਹਾਡੇ ਸਾਹਮਣੇ ਥੋੜ੍ਹੀ ਬੈਠ ਸਕਦਾ, ਤੁਸੀਂ ਮਾਲਕ ਹੋਏ, ਮੈਂ ਤੇ ਸੇਵਾਦਾਰ। ਉਹਨੇ ਹੱਥ ਜੋੜ ਕੇ ਕੋਲ ਖੜੇ ਹੀ ਰਹਿਣਾ ਹੈ, ਵੀ ਇਹ ਆਖੇ ਵੀ ਵਾਕਿਆ ਹੀ ਮੇਰਾ ਬੜਾ ਸਤਿਕਾਰ ਕਰਦਾ। ਸਤਿਕਾਰ ਕੋਈ ਨਹੀਂ ਕਰਦਾ ਪਿਆ, ਉਹ ਆਪਣੇ ਮਤਲਬ ਦੇ ਪ੍ਰਯੋਜਨ ਵਾਸਤੇ ਟਿਕਿਆ ਵੀ ਕਦੋਂ ਮੌਕਾ ਮਿਲੇ ਤੇ ਮੈਂ ਮਤਲਬ ਕੱਢਾਂ। ਕਹਿਣ ਲੱਗੇ ਹੋਏ ਹਜ਼ੂਰੀ ਖੜਾ ਰਹੰਦਾ, ਖਲੋਤਾ ਹੀ ਰਹਿੰਦਾ, ਬੈਠਦਾ ਨਹੀਂ। ਮਾਲਕ ਜੀ ਤੁਹਾਡੇ ਬਰਾਬਰ ਥੋੜ੍ਹੀ ਬੈਠ ਸਕਦਾ। ਅੱਗੇ ਬਚਨ ਕਰਦੇ ਨੀਂਦ ਨਾ ਭੁੱਖ ਨਾ ਸੁੱਖ ਤਿਸ। ਜੇ ਨੀਂਦ ਵੀ ਆਉਂਦੀ ਹੋਵੇ ਨਾ ਤੇ ਮਾਲਕ ਆ ਗਿਆ, ਨੀਂਦ ਆਉਂਦੀ ਨੂੰ ਵੀ ਉਹਨੂੰ ਤਿਆਗਣਾ ਹੀ ਪੈਂਦਾ ਵੀ ਜੇ ਮਾਲਕ ਨੇ ਸੁੱਤਾ ਵੇਖ ਲਿਆ ਤੇ ਪਿਛਲੀ ਜਿਹੜੀ 6 ਮਹੀਨੇ ਦੀ ਚਾਪਲੂਸੀ ਕੀਤੀ ਸਾਰੀ ਮਿੱਟੀ ਹੋ ਜਾਏਗੀ। ਸੌਂਦਾ ਵੀ ਨਹੀਂ ਹੈ। ਜੇ ਕਿਤੇ ਭੁੱਖ ਲੱਗ ਗਈ, ਕੋਈ ਨਹੀਂ ਪ੍ਰਸ਼ਾਦਾ ਨਹੀਂ ਛਕਾਂਗੇ, ਰਾਤ ਨੂੰ ਛਕ ਲਵਾਂਗੇ, ਮਾਲਕ ਦੀ ਥੋੜ੍ਹੀ ਜਿਹੀ ਹੋਰ ਚਾਪਲੂਸੀ ਕਰ ਲਈਏ, ਸਮੇਂ 'ਤੇ ਪ੍ਰਸ਼ਾਦਾ ਵੀ ਨਹੀਂ ਛਕਦਾ ਹੈ। ਤੇ ਸੂਲੀ ਚੜ੍ਹਿਆ ਰਹੇ ਡਰੰਦਾ, ਹਰ ਵੇਲੇ ਡਰ ਬਣਿਆ ਰਹਿੰਦਾ ਵੀ ਮਾਲਕ ਕਿਤੇ ਇਹ ਨਾ ਕਹਿ ਦੇਵੇ, ਮਾਲਕ ਕਿਤੇ ਉਹ ਨਾ ਕਹਿ ਦੇਵੇ। ਮਾਲਕ ਨੂੰ ਸਲਾਮਾਂ ਕਰਦਿਆਂ ਕਰਦਿਆਂ ਡਰਦਿਆਂ ਡਰਦਿਆਂ ਬੰਦਾ ਹਰ ਵੇਲੇ ਸੂਲੀ 'ਤੇ ਚੜ੍ਹਿਆ ਰਹਿੰਦਾ। ਕਾਹਦੇ ਵਾਸਤੇ ਚੜ੍ਹਿਆ ਰਹਿੰਦਾ? ਕਿਉਂਕਿ ਉਹਦੇ ਕੋਲੋਂ ਕੰਮ ਲੈਣਾ ਹੈ, ਪ੍ਰਯੋਜਨ ਹੈ, ਮਤਲਬ ਹੈ ਉਹਦੇ ਨਾਲ। ਮਨਮੁਖ ਜੋ ਹੋ ਗਿਆ, ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਬੰਦੇ ਦੇ ਗੋਚਰਾ ਭੱਜਾ ਫਿਰਦਾ। ਇਹਦੇ ਕੋਲੋਂ ਕੁਝ ਲੈ ਕੇ ਰਹਿਣਾ ਹੈ। ਪਾਣੀ ਪਾਲਾ ਧੂਪ ਛਾਓ, ਜੇ ਕਿਤੇ ਪਾਣੀ ਮੀਂਹ ਪੈਣ ਲੱਗ ਪਵੇ ਨਾ, ਉਹ ਜਿਹੜਾ ਚਾਪਲੂਸ ਹੁੰਦਾ ਕਹਿਣ ਲੱਗਾ ਮੀਂਹ ਦੀ ਕੋਈ ਪਰਵਾਹ ਨਹੀਂ ਹੈ, ਪਰ ਛਤਰੀ ਮੇਰੇ ਮਾਲਕ ਦੇ ਸਿਰ 'ਤੇ ਰਹਿਣੀ ਚਾਹੀਦੀ ਹੈ, ਮੈਂ ਭੇਜਾਂ ਵਾਂ। ਮਾਲਕ ਨਹੀਂ ਭੇਜਣਾ ਚਾਹੀਦਾ, ਇਹਦੇ ਕੋਲੋਂ ਮਤਲਬ ਲੈਣਾ ਹੈ। ਤੇ ਜੇ ਠੰਡ ਆ ਗਈ ਹੈ ਨਾ ਤੇ ਕਹਿਣ ਲੱਗਾ ਮਾਲਕ ਨੂੰ ਠੰਡ ਨਹੀਂ ਲੱਗਣੀ ਚਾਹੀਦੀ, ਮੈਂ ਭਾਵੇਂ ਠਰ ਜਾਵਾਂ ਕੋਈ ਗੱਲ ਨਹੀਂ ਹੈ। ਜੇ ਧੁੱਪ ਹੈ, ਆਪ ਧੁੱਪ ਵਿੱਚ ਸੜਦਾ ਹੈ, ਮਾਲਕ ਨੂੰ ਬਚਾਉਂਦਾ ਪਿਆ। ਸਿਰ ਉੱਤੇ ਝੱਲ ਦੁੱਖ ਸਹੰਦਾ, ਇਹ ਸਭ ਕੁਝ ਝੱਲਦਾ ਆਪਣੇ ਸਰੀਰ ਦੇ ਉੱਪਰ। ਬਾਰਿਸ਼ ਵੀ, ਧੁੱਪ ਵੀ, ਠੰਡ ਵੀ, ਇਸੇ ਤਰ੍ਹਾਂ ਛਾਂ ਵੀ, ਸਭ ਕੁਝ ਝੱਲ ਕੇ ਮਾਲਕ ਨੂੰ ਸੁੱਖ ਦਿੰਦਾ ਹੈ। ਆਤਿਸ਼ਬਾਜੀ ਸਾਰ ਵੇਖ, ਰਣ ਵਿੱਚ ਘਾਏ ਹੋਏ ਮਰੰਦਾ। ਜਦੋਂ ਕਿਤੇ ਜੰਗ ਹੋ ਗਿਆ ਨਾ ਤੇ ਪਤਾ ਲੱਗਾ ਵੀ ਨੌਕਰ ਨੂੰ ਵੀ ਹੁਣ ਮੈਂ ਜੰਗ ਦੇ ਵਿੱਚ ਵਫਾਦਾਰ ਬਣ ਕੇ ਵਿਖਾਵਾਂ, ਕਿਉਂਕਿ ਮਾਲਕ 'ਤੇ ਔਖਾ ਸਮਾਂ ਆ ਗਿਆ, ਔਖੇ ਸਮੇਂ ਮੇਰੀ ਪਰਖ ਹੋਣੀ ਹੈ। ਫਿਰ ਜਾ ਕੇ ਇੱਕ ਦੋ ਫੱਟ ਵੀ ਖਾ ਲੈਂਦਾ ਹੈ ਵੀ ਚਲੋ ਥੋੜ੍ਹਾ ਬਹੁਤਾ ਮੈਨੂੰ ਵੀ ਕੁੱਟ ਮਾਰ ਲਓ, ਮੈਂ ਮਾਲਕ ਨੂੰ ਦੱਸਾਂਗਾ ਤੇ ਸਹੀ ਨਾ ਵੀ ਤੁਹਾਡੇ ਬਦਲੇ ਕੁੱਟ ਖਾ ਕੇ ਆਇਆ। ਇਸ ਤਰ੍ਹਾਂ ਥੋੜ੍ਹੀ ਬਹੁਤੀ ਕੁੱਟ ਖਾ ਕੇ ਵੀ ਵਿਖਾਉਂਦਾ ਹੈ ਵੀ ਮੈਂ ਤੇਰੇ ਵਾਸਤੇ ਬੜਾ ਕੁਰਬਾਨ ਹੋਣ ਨੂੰ ਤਿਆਰ ਹਾਂ। ਇਹ ਮਨਮੁਖ ਦਾ ਲੱਛਣ ਹੈ। ਗੁਰਪੂਰੈ ਵਿਣ ਜੂਨ ਭਵੰਦਾ। ਸਤਿਗੁਰੂ ਮਹਾਰਾਜ ਜੀ ਨੂੰ ਪੁੱਛਿਆ, ਮਹਾਰਾਜ ਐਸੇ ਬੰਦੇ ਦੀ ਹਾਲਤ ਕੀ ਹੋਵੇਗੀ? ਮਹਾਰਾਜ ਕਹਿਣ ਲੱਗੇ ਪੂਰਾ ਗੁਰੂ ਨਹੀਂ ਉਹਨੇ ਧਾਰਨ ਕੀਤਾ, ਮਨਮੁਖ ਬੰਦਾ ਬੰਦਿਆਂ ਪਿੱਛੇ ਹੀ ਦੌੜਿਆ ਫਿਰਿਆ। ਇਸ ਕਰਕੇ ਪਰਮਾਤਮਾ ਨੇ ਜੂਨਾਂ ਵਿੱਚ ਹੀ ਪਾ ਛੱਡਿਆ ਵੀ ਚੱਲ ਭਾਈ ਤੂੰ ਜਨਮਾਂ ਵਿੱਚ ਹੀ ਰਹਿ, ਤੈਨੂੰ ਮੁਕਤ ਨਹੀਂ ਕਰਾਂਗੇ, ਕਿਉਂਕਿ ਮੁਕਤ ਪੂਰੇ ਗੁਰੂ ਨੇ ਕਰਨਾ ਹੈ। ਤੇ ਪੂਰੇ ਗੁਰੂ ਦੀ ਤੇ ਕਦੇ ਚਾਕਰੀ ਕੀਤੀ ਨਹੀਂ, ਚਾਕਰੀ ਕੀਤੀ ਮਨਮੁਖ ਦੀ, ਇਸ ਕਰਕੇ ਜਨਮਾਂ ਵਿੱਚ ਚਲੇ ਗਿਆ। ਮਹਾਰਾਜ ਕਹਿਣ ਲੱਗੇ ਮਾਨਸ ਸੰਧੀ ਆਸ, ਜਗਜੀਵਨ ਪੁਰਖ ਤਿਆਗ ਹੈ। ਪਰਮਾਤਮਾ ਨੂੰ ਛੱਡ ਦਿੱਤਾ, ਨਾਮ ਲੈਣਾ ਕਦੇ ਨਹੀਂ ਵਾਹਿਗੁਰੂ ਮੂੰਹੋਂ ਨਿਕਲਿਆ, ਕਦੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਿਆ, ਬੰਦਿਆਂ ਦੇ ਉੱਪਰ ਆਸ ਲਾ ਕੇ ਹਰ ਵੇਲੇ ਬੈਠਾ ਰਹਿੰਦਾ ਹੈ। ਜਿਹੜਾ ਦਵੈਤ ਭਾਵ ਵਿੱਚ ਪੈ ਜਾਂਦਾ, ਜਿਹੜਾ ਦੋ ਬੇੜੀਆਂ 'ਤੇ ਪੈਰ ਰੱਖ ਲਵੇ, ਉਹ ਭਾਈ ਵਗੁਚੀਏ ਕਹੀਏ ਖਰਾਬ ਹੁੰਦਾ। ਜਿਹੜਾ ਦਵੈਸ਼ ਵਿੱਚ ਪੈ ਗਿਆ ਨਾ, ਈਰਖਾ ਦੇ ਵਿੱਚ, ਜਿਹੜਾ ਮੋਹ ਵਿੱਚ ਪੈ ਗਿਆ, ਉਹ ਹਰ ਵੇਲੇ ਖਰਾਬ ਹੁੰਦਾ, ਦੁਖੀ ਹੁੰਦਾ ਹੈ। ਗਲ ਪਈ ਸੋ ਜਮ ਕੀ ਫਾਸ, ਤੇ ਗਲ ਦੇ ਵਿੱਚ ਜਮਾਂ ਦੀ ਫਾਹੀ ਤੇ ਪੈਣੀ ਪੈਣੀ ਹੈ। ਇਹ ਜਮਾਂ ਦੀ ਫਾਹੀ ਤੋਂ ਤੇ ਦੇਵਤੇ ਨਹੀਂ ਬਚ ਸਕੇ। ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤ, ਅੰਤ ਫਸੇ ਜਮ ਫਾਂਸ ਪਰੇਂਗੇ। ਇਹ ਜਮਾਂ ਦੀ ਫਾਹੀ ਤੇ ਵੱਡੇ ਵੱਡੇ ਦੇਵਤਿਆਂ ਦੇ ਗਲ ਵਿੱਚ ਪਈ ਹੈ, ਮਨਮੁਖ ਦੇ ਗਲ ਵਿੱਚ ਵੀ ਆ ਕੇ ਪੈਂਦੀ ਹੈ। ਜਿਹਾ ਬੀਜਾ ਸੋ ਲੁਣਾ, ਜਿਹੋ ਜਿਹਾ ਬੀ ਅੱਜ ਬੀਜੇਗਾ, ਭਾਵੇਂ ਚੰਗਾ ਕਰਮ ਤੇ ਭਾਵੇਂ ਮਾੜਾ, ਬੀ ਤੇਰੇ ਹੱਥ ਵਿੱਚ ਹੈ, ਬੀਜਣਾ ਤੂੰ ਹੈ, ਜਿਹੋ ਜਿਹਾ ਬੀਜੇਗਾ। ਪਰ ਇਹ ਗੱਲ ਯਾਦ ਰੱਖ, ਕੱਲ੍ਹ ਨੂੰ ਤੈਨੂੰ ਵੱਢਣਾ ਵੀ ਪਵੇਗਾ। ਇੱਕ ਨੌਜਵਾਨ ਲੜਕਾ ਨਾ ਆਪਣੇ ਬਾਪੂ ਨੂੰ ਮੋਢੇ 'ਤੇ ਚੁੱਕ ਕੇ ਤੇ ਪਾਣੀ ਵਿੱਚ ਸੁੱਟਣ ਤੁਰਿਆ ਜਾਵੇ। ਜਦੋਂ ਪਾਣੀ ਦੇ ਵਿੱਚ ਚਲਾ ਗਿਆ ਨਾ ਸੁੱਟਣ ਵਾਸਤੇ, ਤੇ ਬਾਪੂ ਨੇ ਆਖਿਆ ਪੁੱਤਰਾ ਥੋੜ੍ਹਾ ਜਿਹਾ ਹੋਰ ਗਾਂਹ ਸੁੱਟ। ਕਹਿਣ ਲੱਗਾ ਬਾਪੂ ਇੱਥੇ ਕੀ ਹੈ? ਕਹਿਣ ਲੱਗਾ ਕੱਲ੍ਹ ਨੂੰ ਤੇਰੇ ਪੁੱਤਰ ਨੇ ਵੀ ਤੈਨੂੰ ਸੁੱਟਣਾ ਨਾ ਇੱਥੇ ਆ ਕੇ, ਮੈਨੂੰ ਥੋੜ੍ਹਾ ਜਿਹਾ ਗਾਂਹ ਸੁੱਟ, ਤੇਰੇ ਵਾਸਤੇ ਥਾਂ ਬਚ ਜਾਵੇ। ਜਿਹੋ ਜਿਹਾ ਅੱਜ ਕਰਮ ਕਰਨ ਲੱਗਾ
ਇਹ ਕਰਮ ਤੇਰੇ ਅੱਗੇ ਵੀ ਆਉਣਾ ਹੈ। ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ, ਜਿਹਾ ਬੀਜੈ, ਜਿਵੇਂ ਦਾ ਬੀ ਅੱਜ ਬੀਜਦਾ ਪਿਆ, ਦੁੱਖ ਦਾ ਸੁੱਖ ਦਾ, ਪਾਪ ਦਾ ਪੁੰਨ ਦਾ, ਭਲੇ ਦਾ ਬੁਰੇ ਦਾ, ਸੋ ਲੁਣੈ, ਉਹ ਵੱਢਣਾ ਵੀ ਪੈਣਾ ਹੈ। ਅੰਮ੍ਰਿਤ ਵੇਲੇ ਬਚਨ ਪੜ੍ਹਿਆ ਆਪਾਂ ਗੁਰੂ ਨਾਨਕ ਸਾਹਿਬ ਦੇ ਮੁਖ ਤੋਂ ਨਿਕਲਿਆ ਹੋਇਆ, ਆਪੇ ਬੀਜ ਆਪੇ ਹੀ, ਮਿਲ ਕੇ ਆਖੀਏ ਸਾਰੇ ਜਾਣੇ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ, ਜਿਵੇਂ ਦਾ ਬੀਜੇਗਾ ਉਵੇਂ ਦਾ ਖਾਣਾ ਪੈਣਾ ਹੈ। ਗੁਰਮੁਖੋ, ਪਹਿਲੇ ਸਮੇਂ ਵਿੱਚ ਇੱਕ ਰਾਜਾ ਹੋਇਆ। ਉਹ ਰਾਜੇ ਨੇ ਕਿਤੇ ਲਿੱਦ ਦਾਨ ਕਰ ਦਿੱਤੀ ਕਿਸੇ ਸਾਧੂ ਨੂੰ। ਸਾਖੀ ਬੜੀ ਲੰਮੀ, ਸਮਾਂ ਨਹੀਂ ਆਪਣੇ ਕੋਲ। ਸਾਧੂ ਨੇ ਕਿਹਾ ਕੋਈ ਗੱਲ ਨਹੀਂ, ਅਜੈ ਨਾਮ ਦਾ ਸੀ ਉਹ ਰਾਜਾ। ਸਾਧੂ ਕਹਿੰਦਾ ਕੋਈ ਗੱਲ ਨਹੀਂ, ਤੇਰੀ ਲਿੱਦ ਹੀ ਪ੍ਰਵਾਨ ਹੈ। ਜਦੋਂ ਲਿੱਦ ਲੈ ਕੇ ਉਹ ਚਲਾ ਗਿਆ ਨਾ ਆਪਣੀ ਕੁਟੀਆ ਦੇ ਬਾਰ-ਬਾਰ ਜਾ ਕੇ, ਉਹਨੇ ਸਾਧੂ ਨੇ ਵਿਚਾਰੇ ਨੇ ਕਿਹੜਾ ਲਿੱਦ ਖਾਣੀ ਹੈ, ਘੋੜੇ ਦੀ ਲਿੱਦ, ਉਹਨੇ ਉੱਥੇ ਜਾ ਕੇ ਬੁੱਕ ਸੁੱਟ ਦਿੱਤਾ। ਰਾਜਾ ਕਿਤੇ 2-4 ਸਾਲ ਬਾਅਦ ਉਧਰ ਗਿਆ ਨਾ ਕੁਟੀਆ ਵੱਲ, ਵੇਖਦਾ ਪਿਆ ਵੀ ਉਹ ਲਿੱਦ ਦਾ ਨਿੱਕਾ ਜਿਹਾ ਢੇਰ ਲੱਗ ਗਿਆ, 2-4 ਟੋਕਰੇ ਬਣ ਗਈ ਉਹ ਲਿੱਦ। ਰਾਜਾ ਸੋਚਦਾ ਵੀ ਇਹ ਸਾਧੂ ਕੋਲ ਘੋੜਾ ਤੇ ਹੈ ਕੋਈ ਨਹੀਂ, ਇਹ ਲਿੱਦ ਕਿੱਥੋਂ ਆ ਗਈ ਹੈ। ਪੁੱਛ ਹੀ ਲਿਆ, ਕਹਿਣ ਲੱਗਾ ਮਹਾਤਮਾ ਜੀ ਇਹ ਲਿੱਦ ਕਿੱਥੋਂ ਆਈ ਹੈ। ਕਹਿੰਦਾ ਜਿਹੜੀ ਤੂੰ ਬੁੱਕ ਦਾਨ ਕੀਤਾ ਸੀ ਨਾ, ਇਹ ਬੁੱਕ ਦੇ 2 ਟੋਕਰੇ ਬਣ ਗਏ ਨੇ, ਕਿਉਂਕਿ ਮੈਂ ਕਿਹਾ ਸੀ ਤੇਰਾ ਦਾਨ ਵਧੇ। ਜਦੋਂ ਬਚਨ ਸੁਣਿਆ ਬੜਾ ਹੈਰਾਨ ਹੋਇਆ, ਚਰਣੀ ਢਹਿ ਪਿਆ, ਕਹਿਣ ਲੱਗਾ ਜੀ ਹੁਣ ਬਖਸ਼ਾ ਦਿਓ, ਮੈਨੂੰ ਪਤਾ ਵੀ ਜਿਹੜਾ ਦਾਨ ਕਰੀਏ ਖਾਣਾ ਪੈਂਦਾ, ਇਹਦਾ ਮਤਲਬ ਵੀ ਇਹ 2-4 ਟੋਕਰੇ ਲਿੱਦ ਖਾਣੀ ਪਏਗੀ। ਕਹਿਣ ਲੱਗਾ ਵੀ ਖਾਣੀ ਤੇ ਪੈਗੀ ਭਾਈ, ਤੂੰ ਦਾਨ ਕੀਤਾ। ਚਰਣੀ ਢਹਿ ਕੇ ਮਾਫੀਆਂ ਮੰਗੀਆਂ, ਮੈਨੂੰ ਬਚਾ ਲਓ। ਸਾਧੂ ਕਹਿਣ ਲੱਗੇ ਤਰੀਕਾ ਤੈਨੂੰ ਦੱਸ ਦਿੰਦੇ ਆ, ਤੂੰ ਦੁਨੀਆ ਵਿੱਚ ਆਪਣੀ ਨਿੰਦਿਆ ਕਰਵਾ, ਦੁਨੀਆ ਤੈਨੂੰ ਮਾੜਾ ਕਵੇ, ਨਿੰਦਿਆ ਕਰਵਾਵੇਂਗਾ ਇਹ ਲਿੱਦ ਦਾ ਭਾਰ ਘਟੇਗਾ। ਆਪਣੇ ਰਾਜ ਦੇ ਵਿੱਚ ਰਾਜਾ ਆਪਣੀ ਨਿੰਦਿਆ ਖੁਦ ਕਰਾਉਂਦਾ ਪਿਆ। ਜਿਵੇਂ ਜਿਵੇਂ ਲੋਕਾਂ ਨੇ ਨਿੰਦਿਆ ਕੀਤੀ, ਉਹ ਲਿੱਦ ਦਾ ਭਾਰ ਉਵੇਂ ਉਵੇਂ ਘਟਦਾ ਘਟਦਾ। ਉਹ ਜਿਹੜਾ ਬੁੱਕ ਦਾਨ ਕੀਤਾ ਸੀ ਨਾ ਮੂਲ ਧਨ, ਉਹ ਮੂਲ ਧਨ ਬੁੱਕ ਰਹਿ ਗਿਆ ਉੱਥੇ, ਬਾਕੀ ਸਾਰਾ ਉੱਡ ਗਿਆ। ਹੁਣ ਬੁੱਕ ਨੂੰ ਵੇਖ ਕੇ ਆਖਦਾ ਵੀ ਇਹ ਹੁਣ ਬੁੱਕ ਮੈਨੂੰ ਖਾਣਾ ਪਏਗਾ। ਫਿਰ ਗਿਆ ਮਹਾਤਮਾ ਦੇ ਕੋਲ, ਇਹ ਬੁੱਕ ਕਿਉਂ ਨਹੀਂ ਲੋਪ ਹੋਇਆ ਜੀ, ਇਹ ਵੀ ਮੁਕਾ ਦਿਓ। ਕਹਿਣ ਲੱਗੇ ਇਹ ਹੁਣ ਤੇਰੀ ਕੋਈ ਬ੍ਰਹਮ ਗਿਆਨੀ ਪੁਰਸ਼ ਨਿੰਦਿਆ ਕਰੇ ਤਾਂ ਇਹ ਬੁੱਕ ਖਤਮ ਹੋਣਾ, ਹੁਣ ਆਮ ਬੰਦੇ ਦੇ ਨਿੰਦਿਆ ਕੀਤਿਆਂ ਨਹੀਂ ਗੱਲ ਬਣਨੀ। ਤੇ ਕਿਸੇ ਬ੍ਰਹਮ ਗਿਆਨੀ ਮਹਾਂਪੁਰਖ ਦੇ ਕੋਲ ਜਾ ਕੇ ਆਪਣੀ ਨਿੰਦਿਆ ਆਪੇ ਹੀ ਕਰਨ ਲੱਗ ਪਿਆ। ਵੀ ਇਹ ਜਦੋਂ ਆਪਾਂ ਕਿਸੇ ਕੋਲ ਕੋਈ ਬਚਨ ਕਰਦੇ ਆ ਨਾ, ਜਿਹੋ ਜਿਹਾ ਬਚਨ ਆਪਾਂ ਸ਼ੁਰੂ ਕਰਾਂਗੇ ਉਹੋ ਜਿਹਾ ਹੀ ਅਗਲਾ ਅੱਗੋਂ ਕਰਨ ਲੱਗ ਪੈਂਦਾ। ਬ੍ਰਹਮ ਗਿਆਨੀ ਕੋਲ ਆਪਣੀ ਨਿੰਦਿਆ ਕੀਤੀ ਹੈ, ਇਹਦੀ ਗੱਲ ਸੁਣ ਕੇ ਹੱਸ ਪਏ। ਕਹਿਣ ਲੱਗੇ ਜੀ ਹੱਸੇ ਕਿਉਂ? ਕਹਿੰਦੇ ਹੱਸੇ ਤਾਂ ਆ, ਲਿੱਦ ਦਾ ਬੁੱਕ ਦਾਨ ਤੂੰ ਕਰੇ ਤੇ ਖਾਈਏ ਅਸੀਂ, ਇਹ ਨਹੀਂ ਹੋ ਸਕਦਾ, ਇਹ ਤੈਨੂੰ ਹੀ ਖਾਣਾ ਪੈਣਾ, ਅਸੀਂ ਨਹੀਂ ਨਿੰਦਿਆ ਕਰਾਂਗੇ। ਰਾਜੇ ਨੇ ਆਪਣੇ ਨੌਕਰਾਂ ਨੂੰ ਕਿਹਾ ਵੀ ਜਦੋਂ ਮੈਂ ਰੋਟੀ ਖਾਂਦਾ ਨਾ, ਥੋੜ੍ਹੀ ਜਿਹੀ ਚੁੰਡੀ ਭਰ ਕੇ ਮੇਰੀ ਸਬਜ਼ੀ ਵਿੱਚ ਲਿੱਦ ਪਾ ਦਿਆ ਕਰੋ, ਮੈਂ ਖਾ ਕੇ ਤੂੰ ਆਪਣਾ ਛੁਟਕਾਰਾ ਕਰਾਵਾਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਚਨ ਲਿਖਿਆ ਮਹਾਰਾਜ ਜੀਆਂ ਨੇ, ਕੋਈ ਗੱਲ ਇੱਧਰੋਂ ਉੱਧਰੋਂ ਫੜੀ ਤੜੀ ਨਹੀਂ ਹੈ ਵੀ ਆਪਣੇ ਕੋਲੋਂ ਸੁਣਾਈ ਹੈ। ਮਹਾਰਾਜ ਨੇ ਲਿਖਿਆ ਅਜੈਸ ਰੋਵੈ ਭਿਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ, ਬਾਲੀ ਰੋਵੈ ਨਾਹੇ ਪਧਾਰ, ਨਾਨਕ ਦੁਖੀਆ ਸਭ ਸੰਸਾਰ। ਉਹਦੇ ਵਿੱਚ ਇਹ ਬਚਨ ਲਿਖਿਆ ਮਹਾਰਾਜ ਜੀਆਂ ਨੇ। ਸਤਿਗੁਰੂ ਕਹਿੰਦੇ ਜਿਹਾ ਬੀਜੈ ਸੋ ਲੁਣੈ, ਜਿਹੋ ਜਿਹਾ ਬੀਜ ਬੀਜੇਗਾ ਨਾ ਉਹੋ ਜਿਹਾ ਤੈਨੂੰ ਵੱਢਣਾ ਪੈਣਾ ਹੈ। ਮੱਥੇ ਜੋ ਲਿਖਿਆ, ਜੋ ਮੱਥੇ ਤੇ ਲਿਖਿਆ ਹੋਇਆ ਉਹ ਭੋਗਣਾ ਪੈਂਦਾ ਹੈ। ਰੈਣ ਬਿਹਾਣੀ ਪਛਤਾਣੀ, ਇਹ ਤੇਰੀ ਉਮਰਾਂ ਰੂਪੀ ਰੈਣ ਜਿਹੜੀ ਹੈ ਪਛਤਾਉਂਦਿਆਂ ਹੋਇਆਂ ਬਤੀਤ ਹੋ ਰਹੀ ਹੈ। ਉੱਠ ਚੱਲੀ ਗਈ ਨਿਰਾਸ਼, ਇੱਕ ਦਿਨ ਸਮਾਂ ਆਵੇਗਾ ਦੁਨੀਆ ਤੋਂ ਉੱਠ ਕੇ ਨਿਰਾਸ਼ ਹੋ ਕੇ ਤੂੰ ਚਲੇ ਜਾਣਾ ਹੈ। ਜਿनको ਸਾਧੂ ਭੇਟੀਆ, ਜਿਨ੍ਹਾਂ ਨੂੰ ਕੋਈ ਪੂਰਨ ਸਾਧੂ ਮਿਲ ਜਾਵੇ, ਪੂਰਨ ਸਾਧੂ ਕਿਰਪਾ ਬਿਨਾ ਕਰਮਾਂ ਬਿਨਾ ਨਹੀਂ ਮਿਲਦਾ ਹੈ। ਸੋ ਦਰਗਾਹ ਹੋਏ ਖਲਾਸ, ਪਰ ਜਿਨ੍ਹਾਂ ਨੂੰ ਪੂਰਾ ਸਾਧੂ ਮਿਲਿਆ ਨਾ ਗੁਰਮੁਖੋ ਦਰਗਾਹ ਦੇ ਵਿੱਚ, ਫਿਰ ਉਹਨਾਂ ਨੂੰ ਬੰਧਨ ਕੋਈ ਨਹੀਂ ਪਾਉਂਦਾ, ਉਹ ਛੁੱਟ ਜਾਂਦੇ ਹਨ। ਕਰ ਕਿਰਪਾ ਪ੍ਰਭ ਆਪਣੀ, ਬੇਨਤੀ ਕਰੀਏ ਸਤਿਗੁਰੂ ਕਿਰਪਾ ਕਰੋ, ਬਖਸ਼ਿਸ਼ ਕਰੋ, ਮਿਹਰ ਕਰੋ ਸਾਡੇ ਉੱਪਰ। ਤੇਰੇ ਦਰਸ਼ਨ ਹੋਏ ਪਿਆਸ, ਤੇਰੇ ਦਰਸ਼ਨਾਂ ਦੀ ਬਹੁਤੀ ਬਹੁਤੀ ਪਿਆਸਾ ਲੱਗੀ ਆ, ਆਪਣੇ ਦਰਸ਼ਨ ਬਖਸ਼ਿਸ਼ ਕਰੋ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਸਤਿਗੁਰੂ ਸਾਡਾ ਤੁਹਾਡੇ ਬਿਨਾ ਦੂਜਾ ਕੋਈ ਹੈ ਹੀ ਨਹੀਂ ਹੈ। ਇਹ ਬੇਨਤੀ ਕਰਿਆ ਕਰ ਵੀ ਮੇਰਾ ਤੁਹਾਡੇ ਬਿਨਾ ਕੋਈ ਨਹੀਂ, ਮਾਲਕਾ ਮੈਂ ਤੇਰੇ ਦਰ ਤੇ ਆ ਗਿਆ ਹਾਂ। ਨਾਨਕ ਕੀ ਅਰਦਾਸ, ਮੇਰੀ ਅਰਦਾਸ ਇਹ ਹੈ, ਇਹੀ
अरदास हमारी स्वामी विसर नाही प्रभ दाते। सतगुरु भुल ना किते जावां, ये मेरी अरदास है। ਆਸਾੜ ਸੁਹੰਦਾ ਤਿਸ ਲੱਗਾ ਅਸਾੜ ਦਾ ਮਹੀਨਾ ਹਾੜ ਦਾ ਉਹਨਾਂ ਵਾਸਤੇ ਸ਼ੋਭਨੀਕ ਹੈ ਇਸ ਮਨ ਹਰ ਚਰਨ ਨਿਵਾਸ ਜਿਨ੍ਹਾਂ ਦਾ ਮਨ ਹਰੀ ਦੇ ਚਰਨਾਂ ਵਿੱਚ ਨਿਵਾਸ ਕਰਦਾ ਹੈ। ਜਿਨ੍ਹਾਂ ਦੇ ਮਨ ਵਿੱਚ ਹਰੀ ਦੇ ਚਰਨ ਨਿਵਾਸ ਕਰ ਗਏ ਜਾਂ ਜਿਨ੍ਹਾਂ ਦਾ ਮਨ ਹਰੀ ਚਰਨਾਂ ਨਾਲ ਜੁੜਿਆ ਰਹਿੰਦਾ ਹੈ, ਉਹਨਾਂ ਵਾਸਤੇ ਹਾੜ ਦਾ ਮਹੀਨਾ ਕੋਈ ਦੁਖਦਾਈ ਨਹੀਂ, ਸ਼ੋਭਨੀਕ ਹੈ, ਸੁਖ ਦੇਣ ਵਾਲਾ, ਆਨੰਦ ਦੇਣ ਵਾਲਾ ਹੈ। ਇਹ ਐਸੀ ਬਖਸ਼ਿਸ਼ ਮਹਾਰਾਜ ਜੀਆਂ ਨੇ ਅੱਜ ਸਾਡੇ ਉੱਪਰ ਕੀਤੀ ਹੈ। ਹਾੜ ਦੇ ਮਹੀਨੇ ਦੀ ਸੰਗਰਾਂਦ ਦਾ ਇਹ ਉਪਦੇਸ਼ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਉਪਦੇਸ਼ ਸਤਿਗੁਰਾਂ ਦਾ ਹਿਰਦੇ ਵਸੇ। ਦਿਓ ਸੱਜਣ ਅਸੀਸੜੀਆਂ ਸਾਹਿਬ ਸਿਓ ਮਿਲੋ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਅਸਾੜ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਆਪ ਸੰਗਤਾਂ ਵਾਸਤੇ ਬਾਹਰ ਗੁਰੂ ਕੇ ਲੰਗਰ ਅਟੁੱਟ ਵਰਤ ਰਹੇ ਹਨ। ਸਾਰੀ ਸੰਗਤ ਲੰਗਰ ਪ੍ਰਸ਼ਾਦਾ ਛਕ ਕੇ ਜਾਣ ਦੀ ਕਿਰਪਾਲਤਾ ਕਰੇ। ਇਸੇ ਤਰ੍ਹਾਂ ਸ਼ਾਮ ਨੂੰ ਫਿਰ ਦੀਵਾਨ ਸਜਣਗੇ ਮਹਾਰਾਜ ਦੀ ਹਜ਼ੂਰੀ ਵਿੱਚ। ਹਜ਼ੂਰੀ ਜਥੇ ਆਪ ਸੰਗਤਾਂ ਨੂੰ ਗੁਰੂ ਜਸ ਸਰਵਨ ਕਰਵਾਉਣਗੇ। ਨਾਲ ਹੀ ਭਾਈ ਸਰਮੁਖ ਸਿੰਘ ਜੀ ਜਿਹੜੇ ਹਨ ਥਰਮਲ ਪਲਾਂਟ ਵਾਲੇ, ਉਹਨਾਂ ਦਾ ਜਥਾ ਵੀ ਆਪ ਸੰਗਤਾਂ ਨੂੰ ਕੀਰਤਨ ਸਰਵਨ ਕਰਵਾਉਣ ਵਾਸਤੇ ਪਹੁੰਚੇਗਾ। ਨਾਲ ਨਾਲ ਗੁਰੂ ਕੇ ਲੰਗਰ ਆਪ ਸੰਗਤਾਂ ਵਾਸਤੇ ਤਿਆਰ ਹੋਣਗੇ। ਸੋ ਬੇਨਤੀ ਹੈ ਕਿ ਸ਼ਾਮ ਦੇ ਜਿਹੜੇ ਦੀਵਾਨ ਹਨ ਉਹ 6 ਵਜੇ ਤੋਂ ਪ੍ਰਾਰੰਭ ਹੋ ਜਾਣੇ ਅਤੇ ਇਸੇ ਤਰ੍ਹਾਂ ਉਹ ਦੀਵਾਨ ਲੰਮਾ ਸਮਾਂ ਚੱਲਣਗੇ। ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਸੋ ਜਿਹੜੀਆਂ ਸੰਗਤਾਂ ਲੰਗਰ ਪ੍ਰਸ਼ਾਦੇ ਬਣਾਉਣ ਦੀ ਸੇਵਾ ਕਰ ਸਕਦੀਆਂ ਮਾਈਆਂ ਬੀਬੀਆਂ, ਉਹਨਾਂ ਨੂੰ ਵੀ ਬੇਨਤੀ ਹੈ ਕਿ ਸ਼ਾਮ ਨੂੰ ਆ ਕੇ ਪ੍ਰਸ਼ਾਦੇ ਬਣਾਉਣ ਦੀ ਸੇਵਾ ਕਰਨੀ। ਅੱਜ ਵੀਰਵਾਰ ਦਾ ਦਿਨ ਹੈ। ਵੀਰਵਾਰ ਨੂੰ ਸਮੂਹ ਸੰਗਤ ਵੱਲੋਂ, ਬੀਬੀਆਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਹਨ। ਸਮਾਂ 3:30 ਵਜੇ ਦਾ ਹੈ। ਸੋ ਜਿਨ੍ਹਾਂ ਸੰਗਤਾਂ ਕੋਲ ਸਮਾਂ ਹੋਵੇ ਸ਼ਾਮ ਨੂੰ 3:30 ਵਜੇ ਗੁਰੂ ਦਰਬਾਰ ਵਿੱਚ ਪਹੁੰਚ ਕੇ ਸੁਖਮਨੀ ਸਾਹਿਬ ਦੇ ਪਾਠ ਕਰਕੇ ਲਾਹਾ ਪ੍ਰਾਪਤ ਕਰੋ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਹੁਣ ਸਰਬੱਤ ਦੇ ਭਲੇ ਵਾਸਤੇ ਪ੍ਰਾਰੰਭ ਹੋਏ ਸ੍ਰੀ ਸਹਿਜ ਪਾਠ ਸਾਹਿਬ ਜੀਆਂ ਦੇ ਭੋਗ ਪਾਏ ਜਾਣਗੇ। ਉਪਰੰਤ ਫਿਰ ਆਪਾਂ ਗੁਰਬਾਣੀ ਦੇ ਕੀਰਤਨ ਸਰਵਨ ਕਰਾਂਗੇ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।